ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰੂ ਗਰੀਬ ਨਿਵਾਜ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਤਿੰਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਪਾਵਨ ਪਵਿੱਤਰ ਗੋਦ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੋੜ ਮਿਲ ਬੈਠ ਕਰਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਹਿਬਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਆਲਾਹੀ ਬਾਣੀ ਦੇ ਕੀਰਤਨ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਆਨੰਦਿਤ ਹੁੰਦੇ ਹੋਏ ਆ ਰਹੇ ਹਾਂ। ਕਿਰਪਾਲੂ ਦਿਆਲੂ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਧੁਰ ਦਰਗਾਹੀ ਜੋ ਬੋਲ ਨੇ ਸਾਹਿਬ ਦੇ ਬਚਨ ਨੇ ਉਹਨਾਂ ਦੀ ਵਿਚਾਰ ਪੜ੍ਹਨ ਸੁਣਨ ਸੁਣਾਉਣ ਦਾ ਸਬੱਬ ਬਖਸ਼ਿਆ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਅਲਾਹੀ ਬਾਣੀ ਭੱਟ ਬਾਣੀ ਭੱਟਾਂ ਦੀ ਉਚਾਰਨ ਕੀਤੀ ਬਾਣੀ ਜੋ ਭੱਟਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚ ਕਰਕੇ ਬਚਨ ਕਹੇ ਸਨ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਆਤਮਿਕ ਸਕੂਨ ਕਿਵੇਂ ਪ੍ਰਾਪਤ ਹੋਵੇ। ਸ਼ਾਸਤਰੀ ਗਿਆਨ ਪੜ੍ਹ ਲਿਆ ਹੈ, ਉਹਦੇ ਨਾਲ ਵੀ ਸਕੂਨ ਨਹੀਂ ਮਿਲਿਆ। ਬੜੇ ਸਾਧੂਆਂ ਦੇ ਕੋਲ ਗਏ, ਬੜੇ ਸੰਤਾਂ ਦੇ ਕੋਲ ਗਏ ਆ, ਮਹਾਰਾਜ ਸਾਲ ਹੋ ਗਿਆ ਲੱਭਦਿਆਂ ਲਭਾਉਂਦਿਆਂ ਨੂੰ, ਫਿਰ ਤੁਸੀਂ ਜਾ ਕੇ ਮਿਲੇ ਹੋ। ਬਰਸ ਏਕ ਹੋਂ ਫਿਰਿਓ ਕਿੰਨੇ ਨ ਪਰਚੋ ਲਾਇਓ, ਕਹਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰ ਸਾਨੂੰ ਸਕੂਨ ਬਖਸ਼ੋ, ਤੁਹਾਡੀ ਸ਼ਰਨ ਵਿੱਚ ਆਏ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਫਿਰ ਗੁਰੂ ਨਾਨਕ ਦੇ ਘਰ ਦੀ ਉਸਤਤ ਕਰੋ, ਅਕਾਲ ਦੀ ਉਸਤਤ ਕਰੋ। ਜਿੰਨਾ ਚਿਰ ਤੁਸੀਂ ਉਹ ਉਸਤਤ ਨਹੀਂ ਕਰਦੇ ਓਨਾ ਚਿਰ ਤੁਹਾਡੇ ਅੰਤਸ਼ਕਰਨ ਤੇ ਪਿਆ ਪਰਦਾ ਜਿਹੜਾ ਉਹ ਨਹੀਂ ਚੱਕਿਆ ਜਾਵੇਗਾ, ਚਾਨਣਾ ਨਹੀਂ ਹੋਵੇਗਾ। ਅੰਧੇਰੇ ਦੇ ਵਿੱਚ ਜੀਵਨ ਜਿਹੜਾ ਅਜ਼ਾਈ ਜਾਵੇਗਾ। ਮਹਾਰਾਜ ਸਾਨੂੰ ਪਤਾ ਕੋਈ ਨਹੀਂ ਲੱਗਦਾ, ਆਪ ਕਿਰਪਾ ਕਰੋ, ਪਹਿਲਾਂ ਸਾਨੂੰ ਦੱਸੋ ਅਸੀਂ ਕਿਵੇਂ ਉਸਤਤੀ ਕਰੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੀ ਸਰਕਾਰ ਨੇ 21 ਸਵਈਏ ਉਚਾਰੇ, 9 ਜਿਹੜੇ ਨੇ ਅਕਾਲ ਦੇ ਅੱਗੇ ਪ੍ਰਾਰਥਨਾ ਰੂਪ ਉਹਦੀ ਉਪਮਾ ਰੂਪ ਨੇ, 11 ਸਵਈਏ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਜਦੋਂ ਇਹ ਉਪਦੇਸ਼ ਦਿੱਤਾ ਤੇ ਅਕਾਲ ਦੀ ਉਸਤਤ ਕੀਤੀ, ਉਹਨਾਂ ਅੰਦਰ ਉਜਾਗਰਤੀ ਗਿਆਨ ਦੀ ਹੋ ਗਈ। ਜਦੋਂ ਫਿਰ ਗਿਆਨ ਜਾਗਿਆ, ਫਿਰ ਉਹਨਾਂ ਭੱਟਾਂ ਨੇ ਸਵਈਏ ਉਚਾਰਨ ਕੀਤੇ, ਜਿਨ੍ਹਾਂ ਦੀ ਕੁਝ ਕੁ ਕੱਲ ਆਰੰਭਤਾ ਦੀ ਵਿਚਾਰ ਹੋ ਗਈ ਹੈ। ਮੈਂ ਉਸ ਨੂੰ ਦੁਬਾਰਾ ਦੁਹਰਾਉਣ ਦਾ ਯਤਨ ਨਹੀਂ ਕਰਾਂਗਾ। ਔਰ ਆਓ ਸੰਖੇਪ ਰੂਪ ਅੰਦਰ ਇਹ ਵਿਚਾਰ ਸਰਵਣ ਕਰੀਏ ਮਹਾਮੰਗਲ ਦੀ ਵੀ, ਜੋ ਮਹਾਰਾਜ ਨੇ ਇੱਥੇ ਬੜੇ ਪ੍ਰੇਮ ਪੂਰਵਕ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕੀਤਾ ਹੈ ਕਿ ਮਨੁੱਖ ਅੰਦਰ ਇਹ ਗੁਣ ਹੋ ਆਵਨ ਤੇ ਅੰਦਰੋਂ ਹੀ ਗਿਆਨ ਪ੍ਰਗਟ ਹੋ ਜਾਵੇਗਾ। ਇਹਨਾਂ ਗੁਣਾਂ ਨੂੰ ਗ੍ਰਹਿਣ ਕਰ ਲਵੇ
ਮਹਾਰਾਜ ਸਾਹਿਬ ਕਹਿੰਦੇ ਉਹਦੇ ਅੰਦਰ ਦੀ ਜਿਹੜੀ ਜੋਤ ਹੈ ਨਾ, ਜਿਹਨੂੰ ਮਹਾਰਾਜ ਨੇ ਕਿਹਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ, ਉਹ ਜਗਮਗਾਏਗੀ, ਲਟ ਲਟ ਜਗੇਗੀ। ਭੱਟਾਂ ਨੇ ਵੀ ਗੁਰ ਸੰਗਤ ਜੀ ਉਹਨਾਂ ਚਿਰ ਉਸਤਤ ਨਹੀਂ ਕਰ ਸਕੇ ਜਿੰਨਾ ਚਿਰ ਉਹ ਜੋਤ ਪ੍ਰਕਾਸ਼ ਨਹੀਂ ਹੋਈ। ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਉਸਤਤ ਰੂਪ ਅੰਦਰ ਉਹਨਾਂ ਨੇ ਨਾਲ ਦੀ ਨਾਲ ਧਾਰਨ ਕੀਤਾ ਹੈ ਗੁਰੂ ਦੇ ਮੁਖ ਤੋਂ ਬਚਨਾਂ ਨੂੰ ਸੁਣ ਕੇ, ਤੇ ਉਹ ਧਾਰਨ ਕਰਦਿਆਂ ਸਾਰ ਅਵਰਣ ਦਾ ਪਰਦਾ ਲੈ ਗਿਆ। ਐਉਂ ਕਹਿ ਲਓ ਹਨੇਰਾ ਪਾਸੇ ਹੁੰਦਾ ਗਿਆ, ਅੰਦਰਲੀ ਜੋਤ ਤੱਕ ਪਹੁੰਚੇ ਤੇ ਬਾਹਰੋਂ ਉਪਦੇਸ਼ ਰੂਪ ਚਿੰਗਾੜੀ ਲੱਗੀ, ਉਹ ਜਗ ਪੀ ਚਾਨਣ ਹੋਇਆ। ਫਿਰ ਉਹਨਾਂ ਨੇ ਉਸਤਤ ਗਾਈ। ਗੁਸਤਾਖੀ ਮਾਫ, ਅਸੀਂ ਬਹੁਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਿਆ ਹੈ, ਬਹੁਤ ਗੁਰਬਾਣੀ ਨੂੰ ਸੁਣਿਆ ਹੈ, ਤੇ ਕਈ ਵਾਰ ਮੈਂ ਗੁਰਸਿੱਖਾਂ ਦੇ ਮੁਖ ਤੋਂ ਇਹ ਵੀ ਸੁਣਦਾ ਜੀ ਮੈਂ ਬੜਾ ਬਾਣੀ ਨੂੰ ਪੜ੍ਹਦਾ, ਬੜੀ ਬਾਣੀ ਨੂੰ ਸੁਣਦਾ ਹੈ। ਮੈਂ ਤਾਂ ਜੀ ਆਇਆ ਤੇ ਮੈਂ ਕਈ ਵਾਰ ਉਹਦੀਆਂ ਗੱਲਾਂ ਸੁਣ ਕੇ ਇਹ ਅੰਦਾਜ਼ਾ ਲਾ ਲੈਣਾ ਜੋ ਕੁਝ ਕਰਨਾ ਸੀ ਕੀਤਾ ਨਹੀਂ, ਮੈਂ ਤਾਂ ਮਾਰੀ ਨਹੀਂ, ਇਹਨੂੰ ਨਾਲ ਲੈ ਕੇ ਤੁਰਿਆ ਫਿਰਦਾ ਹੈ। ਮਹਾਰਾਜ ਸਾਹਿਬ ਕਹਿੰਦੇ ਜਦੋਂ ਮੈਂ ਮਰ ਜਾਵੇਗੀ ਅੰਦਰੋਂ ਫਿਰ ਤੂੰ ਦੇ ਨਗਮੇ ਉੱਠਣਗੇ। ਮਹਾਰਾਜ ਉਪਦੇਸ਼ ਦਿੰਦੇ ਨੇ, ਪਰਿਪੂਰਨ ਪਰਮਾਤਮਾ ਨੇ ਜਿਨੇ ਪ੍ਰਕਿਰਤੀ ਬਣਾਈ ਨਾ ਉਹ ਇੱਕ ਹੈ। ਤੇ ਸਾਹਿਬ ਨੇ ਕਿਹਾ ਫਿਰ ਤੂੰ ਤਾਂ ਸੰਸਾਰ ਵਿੱਚ ਹੀ ਵੰਡੀਆਂ ਪਾਈਆਂ ਨੇ ਕਿ ਸਾਡਾ ਪਰਿਵਾਰ ਜਿਹੜਾ ਜੋ ਮੈਂ ਕਹਿਣਾ ਦੂਜੇ ਨਹੀਂ ਕਰਦੇ, ਦੂਜੇ ਮੇਰੇ ਅਨੁਕੂਲ ਚੱਲਣ। ਮਹਾਰਾਜ ਸਾਹਿਬ ਕਹਿੰਦੇ ਤੂੰ ਤਾਂ ਡਾਂਗ ਚੁੱਕ ਕੇ ਮਨਾਉਣਾ ਆਪਣੀ ਗੱਲ। ਔਰੰਗਜ਼ੇਬ ਨੇ ਵੀ ਡਾਂਗ ਦੇ ਜ਼ੋਰ ਦੇ ਨਾਲ ਹੀ ਚਾਹਿਆ ਸੀ ਨਾ ਮੈਂ ਇੱਕ ਕਰ ਦਿਆਂਗਾ, ਐਉਂ ਨਹੀਂ ਹੁੰਦੇ। ਮਹਾਰਾਜ ਕਹਿੰਦੇ ਜਿੱਦਣ ਤੂੰ ਇੱਕ ਨਾਲ ਜੁੜ ਗਿਆ ਨਾ, ਤੂੰ ਰੱਬ ਦੀ ਵਿਚਾਰ ਨਾਲ ਜੁੜ ਜਾ ਤੇ ਜਗ ਤੇਰੇ ਵਿਚਾਰ ਨਾਲ ਜੁੜ ਜਾਏਗਾ। ਤੂੰ ਰੱਬ ਦੇ ਬੋਲਾਂ ਨਾਲ ਸਹਿਮਤ ਹੋ ਜਾ, ਸੰਸਾਰ ਤੇਰੇ ਬੋਲਾਂ ਨਾਲ ਸਹਿਮਤ ਹੋ ਜਾਏਗਾ। ਤੂੰ ਰੱਬ ਦੇ ਮਾਰਗ ਤੇ ਚੱਲ ਪਓ, ਸੰਸਾਰ ਤੇਰੇ ਮਾਰਗ ਤੇ ਤੁਰਿਆ ਆਵੇਗਾ। ਔਰ ਘਾਟ ਇਹ ਰਹਿ ਗਈ ਕਿ ਆਪ ਤਾਂ ਅੰਦਰੋਂ ਏਕਤਾ ਹਾਸਲ ਨਹੀਂ ਕੀਤੀ। ਮੇਰੀ ਤਰ੍ਹਾਂ ਬਾਹਰੋਂ ਦਿਸਦਾ ਹੋ ਰੇ, ਚੰਗੀ ਪੱਗ ਬੰਨ੍ਹ ਲਈ, ਚੰਗਾ ਚੋਲਾ ਪਾ ਲਿਆ, ਧਰਮੀ ਅਖਵਾਉਣ ਲੱਗ ਪਿਆ। ਅੰਦਰ ਦੇ ਖਿਆਲਾਤ ਕੁਝ ਹੋਰ ਨੇ, ਅੰਦਰ ਦੇ ਵਿਚਾਰ ਕੁਝ ਹੋਰ ਨੇ। ਔਰ ਮਹਾਰਾਜ ਸਾਹਿਬ ਕਹਿੰਦੇ ਇਹ ਗੱਲ ਨਾ ਹੋਵੇ, ਪਹਿਲਾਂ ਤੂੰ ਏਕਤਾ ਲਿਆ। ਮਹਾਰਾਜ ਕਹਿੰਦੇ ਜਿੱਦਣ ਏਕਤਾ ਤੇਰੇ ਜੀਵਨ ਵਿੱਚ ਆ ਗਈ ਨਾ, ਤੂੰ ਰੱਬ ਨਾਲ ਵੀ ਇੱਕ ਮਿਕ ਹੋ ਜਾਏਗਾ। ਦੂਜਾ ਜਿਹੜੀ ਦੁਐਤ ਨਿਕਲ ਜਾਏਗੀ, ਤੂੰ ਇੱਕ ਹੋ ਜਾਵੇਂਗਾ। ਪਹਿਲਾਂ ਇੱਕ ਹੋ। ਸੰਸਾਰ ਨੂੰ ਕੋਈ ਕਹਿੰਦਾ ਹਿੰਦੂ ਮਾੜਾ, ਕੋਈ ਕਹਿੰਦਾ ਮੁਸਲਮ ਮਾੜਾ, ਕੋਈ ਕਹਿੰਦਾ ਸਿੱਖ ਮਾੜਾ, ਈਸਾਈ ਮਾੜਾ, ਜੈਨੀ ਮਾੜਾ, ਬੋਧੀ ਮਾੜਾ। ਜੇ ਮਾੜੇ ਨੇ ਤੇ ਮਾਲਕ ਨੇ ਪੈਦਾ ਕਿਉਂ ਕੀਤੇ ਨੇ? ਪਰਮਾਤਮਾ ਚਾਹੇ ਉਹ ਇਹਨਾਂ ਦੀ ਪੁਦੈਸ਼ ਬੰਦ ਕਰ ਦੇਵੇ, ਇਹ ਅੱਗੇ ਖਤਮ ਹੋ ਜਾਂਦੇ ਹੁਣ। ਪਰਮਾਤਮਾ ਚਾਹੁੰਦਾ ਹੈ ਇਹ ਫਲੀਭੂਤ ਹੋਣ। ਅਗਰ ਪਰਮਾਤਮਾ ਨਹੀਂ ਚਾਹੁੰਦਾ, ਹਿੰਦੂ ਧਰਮ ਖਤਮ ਹੋ ਚੱਲਿਆ ਸੀ, ਔਰੰਗਜ਼ੇਬ ਕਰ ਦੇਣ ਲੱਗਾ ਸੀ। ਤੇ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਤਨ ਦੀ ਆਹੁਤੀ ਦੇਣ ਦੀ ਉਹਨੂੰ ਕੀ ਲੋੜ ਸੀ? ਗੁਰੂ ਚਾਹੁੰਦਾ ਹੈ ਕਿ ਜਿਹੜੇ ਸਾਰੇ ਹੀ ਰਹਿਣ, ਸਾਰੇ ਹੀ ਰੱਬ ਨੂੰ ਤਿਹਾਉਣ, ਸਾਰੇ ਹੀ ਧਰਮ ਕਮਾਉਣ। ਇਹ ਮਨੁੱਖ ਦੀ ਹਉਮੈ ਆ ਦੂਜੇ ਨੂੰ ਮਾੜਾ ਕਹਿਣਾ। ਕਿ ਮਾੜੇ ਬੰਦੇ ਹਰ ਕੌਮ 'ਚ ਹੁੰਦੇ ਨੇ, ਮਾੜੇ ਬੰਦੇ ਹਰ ਫਿਰਕੇ 'ਚ ਹੁੰਦੇ ਨੇ। ਆਪਣੇ ਘਰ ਵਿੱਚ ਜਿੰਨੇ ਜੀਅ ਹੁੰਦੇ ਸਾਰੇ ਭਲੇ ਹੀ ਹੁੰਦੇ ਨੇ। 3-4 ਭਾਈ ਹੋਣ ਤੇ ਉਹ ਸਾਰੇ ਭਲੇ ਹੀ ਹੁੰਦੇ ਨੇ। 3-4 ਭਾਈ ਹੋਣ ਸਾਰੇ ਗੁਰਸਿੱਖ ਹੀ ਹੁੰਦੇ ਨੇ, ਸਾਰੇ ਗੁਰਮਤਿ ਦੇ ਧਾਰਨੀ ਹੀ ਹੁੰਦੇ ਨੇ। ਕਿ 3-4 ਬੱਚੇ ਹੋਣ ਉਹ ਸਾਰਿਆਂ ਦੀ ਵਿਚਾਰਧਾਰਾ ਇੱਕੋ ਹੀ ਹੁੰਦੀ ਹੈ। ਅਗਰ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਦੇ ਹਾਂ ਤੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ ਤੇ ਸੰਸਾਰ ਨਿਰੰਕਾਰ ਦਾ ਪਰਿਵਾਰ ਹੈ।
ਇਹਨੂੰ ਤੋੜਨ ਦਾ ਯਤਨ ਨਾ ਕਰੀਏ। ਜਿਵੇਂ ਇੱਕ ਪਰਿਵਾਰ ਵਿੱਚ ਇੱਕ ਧਰਮ ਪ੍ਰਸਤ ਹੁੰਦਾ ਹੈ ਅਤੇ ਇੱਕ ਨਾਸਤਕ ਵੀ ਹੁੰਦਾ ਹੈ, ਇੱਕ ਗੁਰਸਿੱਖ ਹੁੰਦਾ ਹੈ ਅਤੇ ਇੱਕ ਸਿੱਖੀ ਤੋਂ ਪਤਿਤ ਹੋਇਆ ਵੀ ਹੁੰਦਾ ਹੈ। ਹੁਣ ਉਹਨਾਂ ਨੂੰ ਅਸੀਂ ਘਰੋਂ ਥੋੜ੍ਹਾ ਕੱਢਦੇ ਹਾਂ, ਉਹਨਾਂ ਦਾ ਵੀ ਓਨਾ ਖਿਆਲ ਰੱਖਦੇ ਨਾ। ਰੱਬ ਵੀ ਐਉਂ ਹੀ ਆ, ਪਰਮਾਤਮਾ ਵੀ ਐਉਂ ਹੀ ਆ, ਉਹ ਵੀ ਸਭਨਾਂ ਦਾ ਖਿਆਲ ਰੱਖਦਾ ਹੈ। ਜਿਵੇਂ ਇੱਕੇ ਮਾਂ ਬਾਪ ਦੀ ਔਲਾਦ ਏ, ਉਹਨਾਂ ਦੇ ਵਿਚਾਰ ਵੱਖ ਵੱਖ ਹੋ ਗਏ ਨਾ। ਇੱਕੇ ਨਿਰੰਕਾਰ ਦੀ ਇਹ ਔਲਾਦ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ, ਔਰ ਸਾਰੇ ਇਹਨਾਂ ਦੇ ਵਿਚਾਰ ਵੱਖ ਵੱਖ ਹੋ ਗਏ ਨੇ। ਮਹਾਰਾਜ ਜੀ ਨੇ ਬਚਨ ਕਹੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਮਾੜੇ ਕੌਣ ਤੇ ਚੰਗੇ ਕੌਣ। ਇੱਕ ਪ੍ਰਕਾਸ਼ ਤੋਂ ਪੈਦਾ ਹੋਏ ਇੱਕ। ਮਹਾਰਾਜ ਨੇ ਕਿਹਾ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈਓ ਇੱਕ ਹੈ। ਤੇ ਜਿਹੜੇ ਇੱਕੋ ਮਾਂ ਬਾਪ ਦੀ ਔਲਾਦ ਹੋਣ, 4 ਹੋਣ, 5 ਹੋਣ, ਉਹਨਾਂ ਦਾ ਬਾਪ ਵੀ ਇੱਕ ਤੇ ਮਾਂ ਵੀ ਇੱਕ। ਜਿੰਨਾ ਸੰਸਾਰ ਇਹਨਾਂ ਨਿਰੰਕਾਰ ਇਹਨਾਂ ਦੀ ਮਾਂ ਬਾਪ ਏ, ਆਪ ਸਭਨਾ ਕਾ ਮਾਂ ਪਿਓ ਆਪ ਹੈ। ਜਿਨੇ ਪੈਦਾ ਕੀਤਾ ਉਹ ਇੱਕ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਹੈ ਮਹਾਰਾਜ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮਹਾਰਾਜ ਤੂੰ ਮੇਰੀ ਮਾਂ ਵੀ ਹੈ, ਤੂੰ ਮੇਰਾ ਪਿਤਾ ਵੀ ਹੈ। ਉਹ ਇੱਕ ਜਿਹਨੂੰ ਸਾਹਿਬ ਨੇ ਕਿਹਾ, ਸਾਰਿਆਂ ਨੂੰ ਦਾਤਾਂ ਪੁੱਤਰ ਧੀਆਂ, ਅੰਨ ਅਨਾਜ ਔਰ ਰੁਤਬੇ, ਘਰ ਘਾਟ, ਕਾਰੋਬਾਰ, ਸਭਨਾਂ ਨੂੰ ਇੱਕੋ ਹੀ ਦਾਤਾਂ ਦਿੰਦਾ ਹੈ। ਕੋਈ ਅੱਲਾ ਕਹਿ ਕੇ ਆਵਾਜ਼ ਮਾਰ ਲੈਂਦਾ। ਜਿਵੇਂ ਘਰ ਦੇ ਵਿੱਚ ਵੱਡਾ ਬਜ਼ੁਰਗ ਹੋਵੇ ਨਾ, ਪੋਤਰਿਆਂ ਪੜੋਤਰਿਆਂ ਵਾਲਾ ਹੋ ਜਾਏ, ਕੋਈ ਉਹਨੂੰ ਬਾਪੂ ਕਹਿੰਦਾ ਹੈ, ਕੋਈ ਉਹਨੂੰ ਦਾਦਾ ਕਹਿੰਦਾ ਹੈ, ਕੋਈ ਉਹਨੂੰ ਪਿਤਾ ਕਹਿੰਦਾ ਹੈ, ਕੋਈ ਉਹਨੂੰ ਮਾਸੜ ਕਹਿੰਦਾ ਹੈ, ਕੋਈ ਉਹਨੂੰ ਚਾਚਾ, ਕੋਈ ਤਾਇਆ। ਆਪਾਂ ਨੂੰ ਪਤਾ ਨਾ, ਮੈਂ ਜ਼ਿਆਦਾ ਗਿਣਤੀ ਨਾ ਕਰਾਂ ਸੰਸਾਰ ਦੀਆਂ ਰਿਸ਼ਤੇਦਾਰੀਆਂ ਦੀ। ਹੁਣ ਬਾਪ ਜਿਹੜਾ ਉਹਨੂੰ ਪਿਤਾ ਜੀ ਕਹਿੰਦਾ ਹੈ, ਅਤੇ ਉਹ ਡਾਂਗ ਲੈ ਕੇ ਉੱਥੇ ਖਲੋ ਜੇ। ਜਿਹੜਾ ਦਾਦਾ ਕਹੇ ਉਹਦੇ ਪੁਰਪੜੀ 'ਚ ਮਾਰੇ ਧਰ ਕੇ, ਖਬਰਦਾਰ ਇਹਨੂੰ ਪਿਤਾ ਕਹੇ। ਅਤੇ ਜਿਹੜਾ ਆ ਕੇ ਉਹਨੂੰ ਮਾਸੜ ਕਹਿੰਦਾ ਹੈ, ਉਹਦੇ ਗੋਡੇ 'ਤੇ ਮਾਰੇ, ਖਬਰਦਾਰ ਤੂੰ ਕਿਵੇਂ ਚੱਲ ਕੇ ਆਇਆ, ਇਹਨੂੰ ਪਿਤਾ ਕਹੇ। ਇਹ ਥੋੜ੍ਹੋ ਆ, ਡਾਂਗ ਦੇ ਨਾਲ ਨਹੀਂ ਉਹ ਪਰਮਾ। ਹੁਣ ਤਨ ਤਾਂ ਇੱਕ ਇਹਨਾਂ ਉਹਦੇ ਨਾਲ ਕਿੰਨੇ ਨਾਮ ਜੁੜੇ। ਅਤੇ ਜਿਹੜੇ ਨਾਲ ਆਵਾਜ਼ ਮਾਰਦਾ, ਹੁਣ ਆਵਾਜ਼ ਦਿੰਦਾ ਹੈ ਨਾ, ਇਹ ਵੱਖਰੀ ਗੱਲ ਹੈ। ਪਿਤਾ ਪੁੱਤਰ ਦਾ ਥੋੜ੍ਹਾ ਜਿਹਾ ਨਜ਼ਦੀਕੀ ਦਾ ਰਿਸ਼ਤਾ ਹੈ, ਇਹ ਵੱਖਰੀ ਗੱਲ ਹੈ। ਕੋਈ ਵਾਹਿਗੁਰੂ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਖੁਦਾਏ ਕਹਿੰਦਾ ਹੈ। ਮਹਾਰਾਜ ਨੇ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਨਾਮ ਵਰਤੇ ਨੇ, ਸਾਰੇ ਹੀ ਨਾਮ ਵਰਤੇ ਨੇ। ਮਹਾਰਾਜ ਕਹਿੰਦੇ ਇਸੇ ਕਰਕੇ ਹੈ ਉਸ ਇੱਕ ਦੀ ਔਲਾਦ। ਤੂੰ ਇਹਨਾਂ ਨਾਲ ਲੜਨ ਦਾ ਯਤਨ ਨਾ ਕਰ, ਇਹਨਾਂ ਨਾਲ ਪਿਆਰ ਕਰਨ ਦਾ ਯਤਨ ਕਰ, ਇਹਨਾਂ ਨਾਲ ਪ੍ਰੇਮ ਕਰ, ਇਹਨਾਂ ਨੂੰ ਇੱਕ ਪਿਤਾ ਦੀ ਔਲਾਦ ਜਾਣ। ਤੇਰੇ ਵਿਚਾਰਾਂ ਅੰਦਰ ਏਕਤਾ ਆਵੇ। ਇਹ ਨਾ ਹੋਵੇ ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਲੋਭ ਵਾਸਤੇ ਮਿੱਤਰਤਾ ਨਾ ਪਾਈ, ਦੋਸਤੀ ਨਾ ਪਾਈ, ਸੱਜਣ ਨਾ ਬਣਾਈ। ਤੇਰੇ ਅੰਦਰ ਇੱਕ ਦਾ ਵਾਸਾ ਹੋਵੇ। ਖੈਰ ਮੈਂ ਸੰਖੇਪ 'ਚ ਅਰਜ਼ ਕਰਾਂ, ਮਹਾਰਾਜ ਮਿਹਰ ਕਰਦੇ ਨੇ ਉਹ ਇੱਕ, ਜਿਹੜਾ ਦੂਜੇ ਦੀ ਸਹਾਇਤਾ ਨਹੀਂ ਬਣਿਆ, ਸਹਾਇਤਾ ਨਾਲ ਨਹੀਂ ਬਣਿਆ, ਉਹਦੇ ਤੋਂ ਦੂਜਾ ਪੈਦਾ ਹੋਇਆ। ਇੱਕ ਪਰਮਾਤਮਾ, ਦੂਜਾ ਹੈ ਸੰਸਾਰ। ਮਹਾਰਾਜ ਕਹਿੰਦੇ ਓਅੰਕਾਰ, ਉਹ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ, ਉਹਨੂੰ ਪ੍ਰਕਾਸ਼ਣ ਵਾਲਾ ਕੋਈ ਨਹੀਂ। ਚੰਦਰਮਾ ਚਾਂਦਨੀ ਪਰਮਾਤਮਾ ਤੋਂ ਲੈਂਦਾ ਰੌਸ਼ਨੀ, ਸੂਰਜ ਚਾਨਣਾ ਪਰਮਾਤਮਾ ਤੋਂ ਲੈਂਦਾ ਹੈ, ਔਰ ਇਹਦਾ ਆਪਣਾ ਚਾਨਣਾ ਨਹੀਂ, ਪਾਸਿਓਂ ਚਾਨਣਾ ਇਹਨੂੰ ਮਿਲਦਾ ਹੈ। ਮਹਾਰਾਜ ਕਹਿੰਦੇ ਦਿਨ ਔਰ ਜਿਹੜਾ ਹੈ ਪ੍ਰਕਾਸ਼ਿਤ ਹੁੰਦਾ ਹੈ, ਇਹ ਪਰਮਾਤਮਾ ਦੀ ਰੌਸ਼ਨੀ, ਰਾਤ ਦੀ ਪਰਮਾਤਮਾ ਦੀ ਰੌਸ਼ਨੀ, ਇਹ ਸਾਰੇ ਹਿਰਦਿਆਂ ਨੂੰ, ਸਾਰੇ ਨੇਤਰਾਂ ਨੂੰ, ਸਾਰੇ ਜੀਵਾਂ ਨੂੰ ਪ੍ਰਕਾਸ਼ਣ ਵਾਲਾ ਹੈ। ਅਤੇ ਸਾਰੇ ਫਲ ਫੁੱਲ ਪੌਦਿਆਂ ਔਰ ਚਾਰੇ ਖਾਣੀਆਂ ਦੁਆਰਾ ਜਿੰਨੇ ਜੀਵ ਹੈ ਨਾ, ਔਰ ਉਹਨਾਂ ਦੀ ਉਤਪਤੀ ਕਰਨ ਵਾਲਾ, ਉਹਨਾਂ ਦੀ ਪਰਵਰਿਸ਼ ਕਰਨ ਵਾਲਾ ਹੈ ਇਹ ਪਰਿਪੂਰਨ ਇੱਕ ਪਰਮਾਤਮਾ। ਇਹ ਸਮੂਹ ਦਾ ਪ੍ਰਕਾਸ਼ਕ ਹੈ। ਸਾਰੀ ਜਿੰਨੀ 4 ਖਾਣੀਆਂ ਦੁਆਰਾ ਉਤਪਤੀ ਹੋਈ ਆ ਨਾ, ਚਾਹੇ ਉਹ ਦੈਂਤ ਨੇ, ਚਾਹੇ ਉਹ ਦੇਵ ਨੇ, ਚਾਹੇ
ਔਰ ਮਨਮੁਖ ਨੇ, ਚਾਹੇ ਗੁਰਮੁਖ ਨੇ, ਚਾਹੇ ਫਲ ਨੇ, ਫੁੱਲ ਨੇ, ਪੌਦੇ ਨੇ, ਸਭ ਨਾਸ਼ਵਾਨ ਨੇ, ਸਭ ਚੱਲਣ ਵਾਲੇ ਨੇ, ਸਭ ਖਤਮ ਹੋਣ ਵਾਲੇ। ਰਹਿਣ ਵਾਲਾ ਇੱਕ ਪਰਮਾਤਮਾ ਹੈ, ਉਹ ਸੱਤ ਹੈ, ਉਹਦਾ ਨਾਸ਼ ਕਦੇ ਨਹੀਂ ਰਹਿੰਦਾ, ਉਹਦੀ ਹਸਤੀ ਮਿਟਦੀ ਨਹੀਂ, ਬਾਕੀ ਸਭ ਮਿਟਦੇ ਨੇ। ਉਹਦਾ ਨਾਮ ਰਹਿਣ ਵਾਲਾ ਹੈ, ਪ੍ਰਸਿੱਧੀ ਵਾਲਾ ਹੈ। ਮਹਾਰਾਜ ਕਹਿੰਦੇ ਸਤ ਨਾਮ, ਸੱਚੇ ਪਰਮਾਤਮਾ ਦਾ ਨਾਮ ਜਪ। ਉਹਦਾ ਨਾਮ ਜਪੇਗਾ ਨਾ, ਮਹਾਰਾਜ ਕਹਿੰਦੇ ਤੈਨੂੰ ਉਹਦੀ ਮਦਦ ਪ੍ਰਾਪਤ ਹੋਵੇਗੀ, ਉਹ ਤੇਰੀ ਮਦਦ ਕਰੇਗਾ, ਤੇਰਾ ਮਦਦਗਾਰ ਬਣੇਗਾ, ਤੇਰੇ ਤੇ ਰਹਿਮਤ ਵਰਸਾਏਗਾ। ਸੱਜਣਾ, ਇਹ ਸੰਸਾਰ ਦੀ ਤਰ੍ਹਾਂ ਨਾਸ਼ਵਾਨ ਨਾ ਜਾਣ, ਉਹ ਕਰਤਾ ਪੁਰਖ, ਉਹ ਸੰਸਾਰ ਨੂੰ ਬਣਾਉਣ ਵਾਲਾ ਹੈ। ਉਹ ਸੰਸਾਰ ਨੂੰ ਬਣਾ ਕੇ ਪਾਸੇ ਨਹੀਂ ਹੁੰਦਾ, ਇਹਦੇ ਵਿੱਚ ਬਿਦਤ ਮਾਨ ਨੇ ਪ੍ਰਗਟ ਰੂਪੇ ਹਿਰਦਿਆਂ ਦੇ ਅੰਦਰ ਹਰ ਜਗ੍ਹਾ ਤੇ ਪਰਮਾਤਮਾ ਵਸਦਾ ਹੈ। ਉਹ ਪਰਮਾਤਮਾ ਨੂੰ ਸਾਰਾ ਸੰਸਾਰ ਮਿਲ ਕੇ ਵੀ ਡਰਾ ਨਹੀਂ ਸਕਦਾ, ਉਹਦੇ ਤੋਂ ਡਰਦਾ ਹੈ। ਪਰਮਾਤਮਾ ਪਤਾ ਨਹੀਂ ਕੀ ਕਰੇਗਾ। ਮਹਾਰਾਜ ਸਾਹਿਬ ਕਹਿੰਦੇ ਉਹਨੂੰ ਜਿਹੜਾ ਜਪਦਾ ਹੈ ਨਾ, ਉਹਦੇ ਅੰਦਰੋਂ ਭੈ ਖਤਮ ਹੋ ਜਾਂਦਾ ਹੈ, ਉਹਨੂੰ ਮੌਤ ਦਾ ਵੀ ਡਰ ਨਹੀਂ ਰਹਿ ਜਾਂਦਾ। ਮਹਾਰਾਜ ਸਾਹਿਬ ਕਹਿੰਦੇ ਉਹ ਨਿਰਵੈਰ ਏ, ਉਹਦੇ ਵਰਗਾ ਕੋਈ ਹੈ ਹੀ ਨਹੀਂ ਜਿਹਦੇ ਨਾਲ ਉਹਦੇ ਅੰਦਰ ਵੈਰ ਹੋਵੇ। ਤੇ ਜਿਹੜਾ ਉਹਨੂੰ ਜਪਦਾ ਹੈ ਨਾ, ਉਹਦੇ ਮਾਰਗ ਤੇ ਚੱਲਦਾ, ਇੱਕ ਨਾਲ ਜੁੜ ਜਾਂਦਾ ਹੈ, ਉਹ ਆਪਣੇ ਅੰਦਰੋਂ ਵੈਰ ਬਿਰਤੀ ਖਤਮ ਕਰ ਦਿੰਦਾ ਹੈ, ਉਹਦੇ ਅੰਦਰ ਵੈਰ ਨਹੀਂ ਰਹਿੰਦਾ। ਜਿਹੜਾ ਰੱਬ ਦਾ ਪਿਆਰਾ, ਰੱਬ ਵੱਲ ਨੂੰ ਚੱਲਦਾ ਹੈ ਨਾ, ਉਹਦੇ ਅੰਦਰ ਡਰ ਨਹੀਂ ਰਹਿੰਦਾ। ਉਹ ਜਿਹੜੀ ਜਗ੍ਹਾ ਤੇ ਜਾਵੇ, ਇਹ ਨਹੀਂ ਕਹਿੰਦਾ ਮੰਦਰ ਮਸਜਿਦ ਗੁਰਦੁਆਰੇ ਦੇ ਅੰਦਰ ਹੀ ਰੱਬ ਹੈ, ਉਹ ਕਹਿੰਦਾ ਪਰਮਾਤਮਾ ਜਿਹੜਾ ਨਾ ਸਰਬ ਵਿਆਪਕ ਹੈ, ਹਰ ਜਗ੍ਹਾ ਤੇ, ਹਰ ਜਗ੍ਹਾ ਤੇ ਪਰਮਾਤਮਾ ਦੇਖਦਾ ਹੈ, ਸਦ ਸੁਣਦਾ, ਸਦ ਵੇਖਦਾ, ਉਹ ਹਰ ਜਗ੍ਹਾ ਤੇ ਵੇਖਦਾ ਹੈ। ਫਿਰ ਮੈਂ ਮੁਨਕਰ ਕਿਵੇਂ ਹੋਵਾਂਗਾ, ਕਿਵੇਂ ਮੁਕਰਾਂਗਾ? ਉਹ ਜਦੋਂ ਸਰਬ ਵਿਆਪਕ ਹੈ, ਤੇ ਮੈਂ ਜਦੋਂ ਝੂਠ ਬੋਲਣ ਲੱਗਾ ਨਾ, ਮੇਰੇ ਅੰਦਰ ਵੀ ਉਹ ਵਸਦਾ, ਅੰਦਰ ਹੀ ਉਹਨੇ ਜਾਣ ਲੈਣਾ ਵੀ ਆ ਕੀ ਕਰਦਾ ਪਿਆ। ਮਹਾਰਾਜ ਕਹਿੰਦੇ ਉਹ ਕਰਤਾ ਹੈ, ਸਾਰੀ ਬਨਾਵਟ ਨੂੰ ਬਣਾਉਂਦਾ ਹੈ। ਤੂੰ ਸੱਚ ਦੇ ਨੂੰ ਧਾਰਨ ਕਰ, ਉਹ ਸਮੂਹ ਦਾ ਪ੍ਰਕਾਸ਼ਕ ਹੀ। ਇਹ ਗੁਣ ਨੇ ਇੱਕ ਨਾਲ ਜੁੜਨ ਦੇ, ਇੱਕ ਹੋਣ ਦੇ, ਇੱਕ ਮੇਕਤਾ ਪਰਮਾਤਮਾ ਨਾਲ ਹਾਸਲ ਕਰਨ ਦੇ। ਔਰ ਉਹਨੂੰ ਜਪ, ਤੇਰੇ ਅੰਦਰੋਂ ਵੈਰ ਚਲਾ ਜਾਏਗਾ, ਤੂੰ ਨਿਰਵੈਰ ਹੋ ਜਾਏਗਾ। ਰੱਬ ਵਾਲੇ ਗੁਣ ਤੇਰੇ ਵਿੱਚ ਉਹ ਦਿਸਣ, ਬਈ ਇਹਨੂੰ ਡਰ ਕਿਸੇ ਦਾ ਨਹੀਂ ਤੇ ਰੱਬ ਨੂੰ ਵੀ ਨਹੀਂ, ਕਿਉਂਕਿ ਰੱਬ ਨਾਲ ਜੁੜਿਆ ਹੋਇਆ ਹੈ। ਰੱਬ ਦੀ ਇੱਕ ਸਮਾਨਤਾ ਹੈ, ਤੇ ਇਹਦੇ ਅੰਦਰ ਇੱਕ ਸਮਾਨਤਾ ਹੈ ਕਿ ਨਹੀਂ, ਕਿ ਵਿਰੋਧ ਹੈ? ਇਹਦਾ ਕਿਸੇ ਨਾਲ ਵਿਰੋਧ ਨਹੀਂ, ਇਹਦਾ ਕੋਈ ਵਿਰੋਧੀ ਨਹੀਂ। ਮਹਾਰਾਜ ਕਹਿੰਦੇ ਨਿਰਵੈਰ, ਉਹ ਵੈਰ ਤੋਂ ਰਹਿ ਤੇ ਸਾਡੇ ਗੁਰੂ ਨੇ ਤਾਂ ਉਪਦੇਸ਼ ਦਿੱਤਾ ਕਿ ਵੈਰ ਨਹੀਂ ਰੱਖਣਾ। ਅਸੀਂ ਵੈਰ ਵਿੱਢਿਆ ਹੁੰਦਾ ਸਾਰੇ, ਅਸੀਂ ਡਰਾਉਣੇ ਵੀ ਹੈ ਤੇ ਵੈਰੀ ਵੀ ਜਾਣਦੇ ਹਾਂ। ਮਹਾਰਾਜ ਕਹਿੰਦੇ ਤੂੰ ਤਾਂ ਆਪਣਿਆਂ ਨਾਲ ਹੀ ਵੈਰ ਕਰੀ ਜਾਂਦਾ, ਦੂਜਿਆਂ ਨੂੰ ਕਿੱਥੋਂ ਤੋਂ ਭਲੀ ਗੁਜ਼ਾਰੇਂਗਾ। ਇਹ ਔਗਣ ਕੱਢ ਦੇ, ਜੋ ਕੁਝ ਸਭ ਕੁਝ ਕਾਲ ਦੇ ਅਧੀਨ ਨੇ। ਜੋ ਕੁਝ ਬਣਿਆ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਮਹਾਰਾਜ ਕਹਿੰਦੇ ਸਭ ਕਾਲ ਦੋ ਰੂਪ ਚ ਆਇਆ। ਕਾਲ ਮੈਨੇ ਸਮਾਂ ਵੀ ਹੁੰਦਾ ਹੈ ਤੇ ਸਮਾਂ ਵੀ ਹੈ। ਕਿੰਨਾ ਸਮਾਂ ਹੋ ਗਿਆ ਹੈ, ਕਿੰਨੇ ਸਮੇਂ ਤੱਕ ਰਹਿਣਾ ਹੈ, ਕਿੰਨੇ ਸਮੇਂ ਤੱਕ ਜਾਣਾ ਹੈ। ਮਹਾਰਾਜ ਕਹਿੰਦੇ ਸਮਾਂ, ਕਾਲ ਮੈਨੇ ਮੌਤ ਵੀ ਹੈ। ਔਰ ਇਹ ਸਾਰਿਆਂ ਨੂੰ ਆਉਂਦੀ ਹੈ, ਸਮੇਂ ਦੇ ਅਨੁਸਾਰ ਆਉਂਦੀ ਹੈ। ਸਮਾਂ ਸਾਰਿਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਰੱਬ ਹੈ ਨਾ, ਉਹ ਅਕਾਲ ਮੂਰਤ। ਮਹਾਰਾਜ ਕਹਿੰਦੇ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਉਹ ਅਕਾਲ ਮੂਰਤ ਪਰਮਾਤਮਾ ਨੂੰ ਪਾਲਿਆ ਹੈ। ਉਹ ਕਾਲ ਮੌਤ ਨੂੰ ਵੀ ਬਣਾਉਣ ਵਾਲਾ, ਭਿਆਨਕ ਜਿਹੜਾ ਸਮਾਂ ਆਉਂਦਾ ਹੈ ਨਾ ਚੰਗਾ ਮੰਦਾ, ਉਹਨੂੰ ਵੀ ਬਣਾਉਣ ਵਾਲਾ। ਮਹਾਰਾਜ ਸਾਹਿਬ ਕਹਿੰਦੇ ਸਮਾਂ ਵੀ ਉਹਦੇ ਅਧੀਨ ਹੈ ਤੇ ਜਿਹੜਾ ਮੌਤ ਵੀ ਉਹਦੇ ਅਧੀਨ ਹੈ।
ਇਹ ਦੋਨੇ ਚੀਜ਼ਾਂ ਸਭ ਨੂੰ ਮਿਟਾ ਦਿੰਦੀਆਂ ਨੇ, ਪਰ ਉਹਦੀਆਂ ਬਣਾਈਆਂ ਉਹਨੂੰ ਮਿਟਾ ਨਹੀਂ ਸਕਦੀਆਂ। ਉਹਦੀ ਹਸਤੀ ਨੂੰ ਸੰਸਾਰ ਵਿੱਚ ਕੋਈ ਖਤਰਾ ਨਹੀਂ, ਸਾਡੀ ਹਸਤੀ ਨੂੰ ਖਤਰਾ ਹੈ। ਮਹਾਰਾਜ ਕਹਿੰਦੇ ਜਿਹੜਾ ਉਹਦੇ ਨਾਲ ਮਿਲ ਜਾਵੇ, ਇੱਕ ਨਾਲ ਗੁਣ ਆ ਜਾਣ, ਉਹਦਾ ਰੂਪ ਹੋ ਜਾਂਦਾ ਹੈ, ਉਹਨੂੰ ਵੀ ਇਹ ਮਿਟਾ ਨਹੀਂ ਸਕਦੀਆਂ। ਸਦੀਵ ਕਾਲ ਸੰਸਾਰ ਵਿੱਚ ਜਿਉਂਦੇ ਤਿਉਂ ਉਹਦੇ ਗੁਣ ਪ੍ਰਗਟ ਰਹਿੰਦੇ ਨੇ। ਮਹਾਰਾਜ ਸਾਹਿਬ ਕਹਿੰਦੇ ਔਰ ਸੰਸਾਰ ਜੂਨਾਂ ਦੇ ਵਿੱਚ ਇੱਕ ਪਾਸਿਓਂ ਨਿਕਲੇ ਦੂਜੇ ਪਾਸੇ ਚਲੇ ਗਏ। ਇਹ ਕੀਤੇ ਕਰਮਾਂ ਦੇ ਅਨੁਸਾਰ, ਚਿਤਵਣੀਆਂ ਦੇ ਅਨੁਸਾਰ ਜੋਨੀਆਂ ਵਿੱਚ ਭਟਕਦੇ ਨੇ ਜੀਵ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਇਹ ਜੋਨੀਆਂ ਵਿੱਚ ਨੇ, ਸਭ ਜੋਨੀਆਂ ਵਿੱਚ ਨੇ। ਦੇਵਤੇ ਵੀ ਇੱਕ ਜੋਨੀ ਹੈ, ਦੈਂਤ ਵੀ ਇੱਕ ਜੋਨੀ ਆ, ਮਨੁੱਖ ਵੀ ਇੱਕ ਜੋਨੀ ਆ, ਪਸ਼ੂ ਵੀ ਇੱਕ ਜੋਨੀ ਹੈ, ਪਹਾੜ ਵੀ ਇੱਕ ਜੋਨੀ ਨੇ, ਸਭ ਜੋਨੀਆਂ ਦੇ ਅੰਦਰ ਨੇ। ਮਹਾਰਾਜ ਪਰਮਾਤਮਾ ਦੀ ਬਾਬਤ ਕੀ ਕਹਿੰਦੇ ਹੋ? ਮਹਾਰਾਜ ਕਹਿੰਦੇ ਉਹ ਅਜੂਨੀ, ਇੱਥੇ ਐੜਾ ਲਾ ਦਿੱਤਾ ਉਹ ਰਹਿ ਤੇ, ਉਹ ਇਹਨਾਂ ਦੇ ਵਿੱਚ ਨਹੀਂ ਆਉਂਦਾ। ਉਹ ਇਹਨਾਂ ਸਾਰਿਆਂ ਨੂੰ ਜੋਨੀਆਂ ਨੂੰ ਬਣਾਉਣ ਵਾਲਾ ਹੈ, ਆਪ ਇਹਨਾਂ ਤੋਂ ਰਹਿ ਤੇ ਔਰ ਇਹਨਾਂ ਦੇ ਵਿੱਚ ਲਪਾਏ ਮਾਨੀ। ਇਹ ਜੋਨੀਆਂ ਨੂੰ ਤਾਂ ਪਰਮਾਤਮਾ ਨੇ ਬਣਾਇਆ, ਚਾਰੇ ਖਾਣੀਆਂ ਦੁਆਰਾ ਪ੍ਰਕਿਰਤੀ ਦੇ ਜੀਵਾਂ ਨੂੰ, ਪ੍ਰਕਿਰਤੀ ਨੂੰ ਪਰਮਾਤਮਾ ਨੇ ਬਣਾਇਆ। ਉਹਨੂੰ ਬਣਾਉਣ ਵਾਲਾ ਕੌਣ ਹੈ? ਮਹਾਰਾਜ ਕਹਿੰਦੇ ਸਹਿ ਭੰ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਹੈ। ਉਹਨੇ ਕਿਸੇ ਤੋਂ ਉਧਾਰੀ ਚੀਜ਼ ਲਈ ਨਹੀਂ, ਕਿਸੇ ਤੋਂ ਦਾਨ ਵਿੱਚ ਪ੍ਰਕਾਸ਼ ਲਿਆ ਨਹੀਂ। ਮਹਾਰਾਜ ਸਾਹਿਬ ਕਹਿੰਦੇ ਜੀਵਨ ਉਹਨੇ ਕਿਸੇ ਤੋਂ ਲਿਆ ਨਹੀਂ, ਉਹਨੇ ਆਪਣੇ ਰਹਿਣ ਲਈ ਸਮਾਂ ਕਿਸੇ ਤੋਂ ਮੰਗਿਆ ਨਹੀਂ। ਪਰਮਾਤਮਾ ਹੋਣ ਲਈ, ਮਰਾਤਬਾ ਪਾਉਣ ਲਈ ਕਿਸੇ ਤੋਂ ਸਹਾਇਤਾ, ਕਿਸੇ ਦੀ ਫਰਮਾਇਸ਼ ਨਹੀਂ। ਉਹ ਆਪਣੇ ਆਪ ਤੋਂ ਆ, ਸਭ ਕੁਝ ਆਪਣੇ ਆਪ ਤੋਂ ਆ। ਜੋ ਕੁਝ ਸਾਡੇ ਕੋਲ ਹੈ ਨਾ, ਪਰਮਾਤਮਾ ਕੋਲ ਆਪਣੇ ਆਪ ਤੋਂ ਆ। ਕਦੇ ਉਹਨੇ ਜਨਾਇਆ ਜੀਵਾਂ ਨੂੰ ਮੈਂ ਤੈਨੂੰ ਬਣਾਇਆ, ਤੂੰ ਕੀ ਕਰਦਾ ਫਿਰਦਾ? ਅਸੀਂ 4 ਕੁ ਦਿਨ ਸੁਖਮਨੀ ਪੜ੍ਹ ਲਈਏ, 4 ਕੁ ਦਿਨ ਗੁਰਦੁਆਰੇ ਆ ਜਾਈਏ। ਮੈਂ ਨਹੀਂ ਆਉਣਾ ਗੁਰਦੁਆਰੇ, ਮੈਂ ਬਹੁਤ ਪੜ੍ਹਿਆ ਸੁਖਮਨੀ, ਮੈਂ ਬਹੁਤ ਟੇਕਿਆ ਮੱਥਾ। ਮਹਾਰਾਜ ਨੂੰ ਮਿਹਣੇ ਮਾਰਨੇ, ਅਸੀਂ ਉਹਨੂੰ ਕੀ ਦੇ ਸਕਦੇ ਹਾਂ? ਅਸੀਂ ਉਹਦੇ ਕੀਤੇ ਹੋਏ ਹਾਂ, ਅਸੀਂ ਉਹਦੇ ਤੋਂ ਸਭ ਕੁਝ ਲਿਆ ਹੈ। ਸਾਡੀ ਤਾਂ ਉਹ ਗੱਲ ਆ, ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੈ ਭਾਵੈ। ਪਾਛੇ ਦਾ ਅਰਥ ਹੁੰਦਾ ਹੈ ਪਹਿਲਾਂ, ਕਿ ਜੋ ਕੁਝ ਪਹਿਲਾਂ ਲੈ ਲਿਆ ਹੈ। 10 ਵਸਤੂ ਲੈ ਪਾਛੈ ਭਾਵੈ, ਏਕ ਵਸਤ ਕਾਰਨ ਬੈ ਖੋਟ ਗਵਾਵੈ। ਮਹਾਰਾਜ ਕਹਿੰਦੇ ਤੈਨੂੰ ਪਰਮਾਤਮਾ ਨੇ 10 ਵਸਤੂਆਂ ਪਹਿਲੇ ਦਿੱਤੀਆਂ ਹੋਈਆਂ ਨੇ, ਬਹੁਤ ਕੁਝ ਪਹਿਲਾਂ ਤੈਨੂੰ ਦਿੱਤਾ ਹੋਇਆ। ਅਗਰ ਤੇਰੀ ਇੱਕ ਮਨਸ਼ਾ, ਇੱਕ ਆਸ਼ਾ ਪੂਰੀ ਨਹੀਂ ਹੋਈ ਤੇ ਕਹਿੰਦਾ ਰੱਬ ਰੁੱਬ ਕੋਨੀ ਜੇ ਹੈਗਾ, ਪਹਿਲਾਂ ਸੀ, ਮੈਂ ਜੋ ਗੱਲ ਕਹਿਣਾ ਚਾਹ ਹੋ ਜਾਂਦੀ ਸੀ। ਅਸੀਂ ਰੱਬ ਦੇ ਮੰਗਰ ਨਹੀਂ ਸੰਗਤ ਜੀ ਤੁਰਨਾ ਚਾਹੁੰਦੇ, ਅਸੀਂ ਰੱਬ ਨੂੰ ਆਪਣੇ ਮੁਤਲਕ ਤੋਰਨਾ ਚਾਹੁੰਦੇ। ਮੈਂ ਕਹਿਆ ਤੇ ਕੰਮ ਹੋ ਜਾਏ, ਮੈਂ ਕਹਿਆ ਤੇ ਇਹ ਨਾ ਹੋਵੇ, ਹੱਦ ਹੋ ਗਈ। ਫਿਰ ਰੱਬ ਤੂੰ ਹੋ ਗਿਆ, ਉਹ ਨਾ ਹੋਇਆ। ਪਰਮਾਤਮਾ ਤੂੰ ਹੋ ਗਿਆ, ਉਹ ਨਾ ਹੋਇਆ। ਮਹਾਰਾਜ ਸਾਹਿਬ ਕਹਿੰਦੇ ਐਉਂ ਦੁਨੀਆ ਦੇ ਲੋਕ ਕਰਦੇ ਨੇ ਗੁਰਮੁਖੋ, ਜਿਵੇਂ ਨਾ ਰੱਬ ਨੂੰ ਪਾਲੀ ਰੱਖਿਆ ਹੋਵੇ। ਇੰਨਾ ਤਾਂ ਕੋਈ ਸੀਰੀ ਰੱਖਿਆ ਹੋਵੇ ਨਾ, ਉਹ ਵੀ ਨਹੀਂ ਕਰਦਾ। ਜਿਵੇਂ ਅਸੀਂ ਮਾਲਕ ਤੋਂ ਕਰਾਉਣਾ ਚਾਹੁੰਦੇ, ਉਹ ਮਾਲਕ ਹੈ, ਕਦੇ ਅਸੀਂ ਉਹਨੂੰ ਮਾਲਕ ਮੰਨਿਆ ਨਹੀਂ। 10 ਵਸਤੂ ਲੈ ਪਾਛੇ ਭਾਵੈ, ਏਕ ਵਸਤ ਕਾਰਨ ਬੈ ਖੋਟ ਗਵਾਵੈ। ਏਕ ਪੀ ਨਾ ਦੇ 10 ਪੀ ਹਿਰ ਲੈ। ਕਹਿੰਦੇ ਜਿਹੜੀ ਇੱਕ ਤੋਂ ਰੌਲਾ ਪਾ ਕੇ ਬੈਠਾ ਹੈ ਨਾ ਰੱਬ ਨਾਲ, ਇਹਨੇ ਮੈਨੂੰ ਕੀ ਦਿੱਤਾ? ਮੈਂ ਬਹੁਤ ਅਰਦਾਸਾਂ ਕੀਤੀਆਂ, ਆਹ ਨਹੀਂ ਹੋਇਆ, ਉਹ ਨਹੀਂ ਹੋਇਆ। ਹੁਣ ਮਾਂ ਬਾਪ ਜਿਹੜੇ ਆ, ਉਹਨਾਂ ਨੂੰ ਪਤਾ ਹੁੰਦਾ ਬੱਚੇ ਲਈ ਕਿਹੜੀ ਚੀਜ਼ ਯੋਗ ਹੈ ਤੇ ਕਿਹੜੀ ਅਯੋਗ ਹੈ, ਮਤਲਬ ਕਿਹੜੀ ਲਾਹੇਵੰਦ ਹੈ ਤੇ ਕਿਹੜੀ ਨਹੀਂ ਲਾਹੇਵੰਦ। ਬੱਚਾ ਛੋਟਾ ਜਿਹਾ ਹੈ, ਉਹ ਕਈ ਵਾਰ ਅੱਗ ਦੀਆਂ ਲਾਟਾਂ ਹਿੱਲਦੀਆਂ ਨਾ, ਉਹਨਾਂ ਨੂੰ ਪਕੜਨਾ ਚਾਹੁੰਦਾ ਹੈ ਤੇ ਬੱਚਾ ਰੌਲਾ ਪਾਉਂਦਾ ਹੈ ਬਈ ਮੈਂ ਪਕੜਨਾ ਹੈ, ਇਹ ਚੀਜ਼ ਦੇ ਨਾਲ ਖੇਲਣਾ ਹੈ। ਮਾਂ ਬਾਪ ਉਹਨੂੰ ਨਹੀਂ ਪਕੜਨ ਦਿੰਦੇ, ਕਿਉਂਕਿ ਪਤਾ ਹੈ ਮੱਚ ਜਾਵੇਗਾ, ਇਹ ਸੜ ਜਾਵੇਗਾ, ਇਹਦਾ ਨੁਕਸਾਨ ਹੋ ਜਾਏਗਾ। ਹੁਣ ਬੱਚੇ ਨੂੰ ਕੌਣ ਸਮਝਾਵੇ? ਬੱਚਾ ਮਾਂ ਬਾਪ ਨੂੰ ਵੈਰੀ ਸਮਝ ਲੈਂਦਾ। ਇਹ ਚੀਜ਼ ਇਹਨਾਂ ਨੇ ਮੈਨੂੰ ਨਹੀਂ ਦਿੱਤੀ, ਆਹ ਚੀਜ਼ ਮੇਰੇ ਤੋਂ ਖੋ ਕੇ ਲੈ ਗਏ, ਉਹ ਭਾਵੇਂ ਜ਼ਹਿਰ ਹੀ ਹੋਵੇ। ਹੁਣ ਬੱਚੇ ਨੂੰ ਉਹਦੀ ਸਮਝ ਨਹੀਂ, ਔਰ ਬੱਚਾ ਉਹਨੂੰ ਖਾਣਾ ਚਾਹੁੰਦਾ ਹੈ, ਮਾਂ ਬਾਪ ਚੱਕ ਕੇ ਦੂਰ ਸਿੱਟ ਦਿੰਦਾ, ਕਹਿੰਦਾ ਇਹ ਤਾਂ ਮੇਰੇ ਦੁਸ਼ਮਣ ਨੇ,
ਇਹ ਮੈਨੂੰ ਜਿਹੜੀ ਚੀਜ਼ ਪਕੜਦਾ ਹੈ ਉਸੇ ਚੀਜ਼ ਤੋਂ ਹੀ ਵਿਵਰਜਿਤ ਕਰ ਦਿੰਦੇ, ਖੋਹ ਕੇ ਲੈ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਹਾਲਾਤ ਜੀਵ ਦੇ ਨੇ। ਪਰਮਾਤਮਾ ਉਹ ਤੈਨੂੰ ਇੱਕ ਪਹਿਲਾਂ ਦੱਸ ਦਿੱਤੀਆਂ, ਇੱਕ ਕਿਉਂ ਨਹੀਂ ਅਜੇ ਦੇ ਰਿਹਾ? ਉਹਨੂੰ ਪਤਾ ਇਹਦੇ ਨਾਲ ਇਹਦਾ ਨੁਕਸਾਨ ਹੋ ਜਾਣਾ ਹੈ। ਕਿਹੜਾ ਮਾਂ ਬਾਪ ਹੈ ਜਿਹੜਾ ਆਪਣੇ ਧੀ ਪੁੱਤਰ ਦਾ ਨੁਕਸਾਨ ਕਰਨਾ ਚਾਹੁੰਦਾ ਹੈ? ਮਹਾਰਾਜ ਸਾਰਿਆਂ ਦਾ ਭਲਾ ਮਨਾਉਂਦਾ ਹੈ, ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ। ਮਹਾਰਾਜ ਕਹਿੰਦੇ ਇੱਕ ਵਸਤੂ ਵਾਸਤੇ ਰੱਬ ਦੇ ਨਾਲ ਤੂੰ ਓਲ ਦਲੋਲ ਬੋਲਦਾ ਹੈ। ਤੇ ਸਾਹਿਬ ਕਹਿੰਦੇ ਨੇ ਜੇ ਉਹ ਆਪਣੀਆਂ ਦਿੱਤੀਆਂ 10 ਜਿਹੜੀਆਂ ਤੈਨੂੰ ਪਹਿਲਾਂ ਦਿੱਤੀਆਂ ਉਹ ਵਾਪਸ ਲੈ ਲੈ। ਕਈ ਵਾਰ ਮਾਂ ਬਾਪ ਦੇ ਕੋਲ ਹੋਈਦਾ ਨਾ, ਔਰ ਥੋੜ੍ਹਾ ਇਹਨੂੰ ਸੁਖਾਲੇ ਢੰਗ ਨਾਲ ਸਮਝ ਲੈਣਾ, ਉਹ ਅਨੇਕਾਂ ਚੀਜ਼ਾਂ ਦਿੱਤੀਆਂ ਹੋਣ ਤੇ ਇੱਕ ਚੀਜ਼ ਕਿਤੇ ਸਾਨੂੰ ਨਾ ਦੇਣ ਤੇ ਫਿਰ ਸਾਡਾ ਬੜਾ ਵੱਡਾ ਸ਼ਿਕਵਾ ਹੁੰਦਾ, ਭਾਜੋ ਮੈਂ ਨਹੀਂ ਰੋਟੀ ਦੇਣੀ, ਭਾਜੋ ਮੈਂ ਨਹੀਂ ਕੱਪੜਾ ਦੇਣਾ। ਤੁਸੀਂ ਉਹ ਚੀਜ਼ ਫਲਾਣੇ ਨੂੰ ਦੇ ਦਿੱਤੀ, ਮੈਨੂੰ ਕਿਉਂ ਨਾ ਦਿੱਤੀ? ਤੇ ਜੇ ਉਹ ਆਪਣੀਆਂ 10 ਸਾਰਾ ਕੁਝ ਉਹਦਾ ਦਿੱਤਾ ਹੋਇਆ ਉਹ ਪਹਿਲੀਆਂ ਤੇਰੇ ਤੋਂ ਵਾਪਸ ਲੈ ਲਵੇ। ਕਹਿੰਦੇ ਪਰਮਾਤਮਾ ਨੇ ਜਿਹੜੇ ਤੈਨੂੰ 5 ਕਰਮ ਇੰਦਰੇ ਦਿੱਤੇ, 5 ਗਿਆਨ ਇੰਦਰੇ ਦਿੱਤੇ, ਅਨੇਕਾਂ ਸੁੱਖ ਸੁਵਿਧਾਵਾਂ ਦਿੱਤੀਆਂ, ਨੈਣ ਪ੍ਰਾਣ ਦਿੱਤੇ, ਸਰੀਰ ਸਵਸਥ ਦਿੱਤਾ। ਮਹਾਰਾਜ ਕਹਿੰਦੇ ਜੇ ਰੱਬ ਇਹ ਸਭ ਕੁਝ ਆਪਣਾ ਵਾਪਸ ਲੈ ਲੇ ਫਿਰ ਕੀ ਰੱਬ ਦਾ ਤੂੰ ਕਰ ਸਕਦਾ ਹੈ? ਰੱਬ ਨੂੰ ਤਾਨੇ ਮੈਨੇ ਮਾਰਨਾ ਹੈ। ਇੱਕ ਨਈ ਚੀਜ਼ ਦਿੱਤੀ ਉਹ ਤੇਰੇ ਚੇਤੇ ਆ ਮੈਨੂੰ ਨਹੀਂ ਦਿੱਤਾ। ਜੋ ਕੁਝ ਦਿੱਤਾ ਹੈ ਉਹ ਸਭ ਕੁਝ ਭੁਲਾ ਗਿਆ। ਨੈਗੇਟਿਵ ਸੋਚ ਦੇ ਨਾਲ ਅਸੀਂ ਰੱਬ ਪ੍ਰਤੀ ਸੋਚਦੇ ਹਾਂ। ਕਿਤੇ ਪੋਜੀਟਿਵ ਸੋਚੀਏ, ਇਹ ਨਾ ਸੋਚੀਏ ਉਹਨੇ ਆ ਨਹੀਂ ਦਿੱਤਾ, ਇਹ ਸੋਚੀਏ ਵੀ ਆ ਕੁਝ ਦਿੱਤਾ, ਆ ਕੁਝ ਦਿੱਤਾ ਹੈ ਤੇ ਮੈਂ ਇੰਨੀਆਂ ਸੁਵਿਧਾਵਾਂ ਨੂੰ ਮਾਣਿਆ। ਅਗਰ ਮੇਰੀ ਹਾਲਤ ਇਹੋ ਜਿਹੀ ਹੁੰਦੀ ਤੇ ਮੇਰੇ ਕੋਲ ਵੀ ਕੁਝ ਨਾ ਹੁੰਦਾ ਭਲਾ ਫੇਰ ਮੇਰਾ ਕੀ ਬਣਦਾ? ਮਹਾਰਾਜ ਸਾਹਿਬ ਕਹਿੰਦੇ ਉਹਨੂੰ ਦੂਜੇ ਪਾਸੇ ਵੀ ਧਿਆਨ ਮਾਰ ਕੇ ਦੇਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ 10 ਵਸਤੂ ਲੈ ਪਾਛੇ ਭਾਵੈ, ਏਕ ਵਸਤ ਕਾਰਨ ਬੈ ਖੋਟ ਗਵਾਵੈ, ਏਕ ਪੀਨਾ ਦੇ 10 ਪੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ ਫਿਰ ਮੂਰਖਾ। 10 ਖਾਂ ਕੀ ਕਰੇਗਾ ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਤੂੰ ਉਹਨੂੰ ਨਮਸਕਾਰ ਕਰਿਆ ਕਰ, ਉਹਦੇ ਬਚਨਾਂ ਨੂੰ ਸਵੀਕਾਰ ਕਰਿਆ ਕਰ। ਮਹਾਰਾਜ ਕਹਿੰਦੇ ਉਹ ਸੁਤੇ ਪ੍ਰਕਾਸ਼ ਹੈ, ਉਹਨੇ ਕਿਸੇ ਤੋਂ ਕੁਝ ਨਹੀਂ ਲਿਆ, ਸਭ ਨੂੰ ਦਿੱਤਾ ਹੀ ਹੈ। ਪਹਿਲਾਂ ਉਹ ਦਿੰਦਾ ਤੇ ਅਸੀਂ ਫੇਰ ਉਹ ਦਾਤੇ ਨੂੰ ਚੇਤੇ ਕਰਦੇ ਹਾਂ। ਨਹੀਂ ਤੇ ਅਸੀਂ ਕਹੀਏ ਨਾ ਅਸੀਂ ਸਿਮਰਨ ਕਰਦੇ ਹਾਂ ਜੀ, ਸੇਵਾ ਕਰਦੇ ਹਾਂ, ਜੇ 1 ਰੁਪਈਆ ਮੱਥਾ ਟੇਕਦੇ ਆ ਨਾ ਤੇ ਪਤਾ ਜੇ ਮੰਗਦੇ ਕੀ ਆ। ਉਹ 1 ਰੁਪਈਏ 'ਚ ਮਿਲਦਾ। ਕਿਸੇ ਨੂੰ ਧੀ ਪੁੱਤਰ ਦੀ ਦਾਤ 150 'ਚ ਮਿਲ ਜਾਂਦੀ, ਜਾਓ ਹਾਂ ਲਿਆਓ ਖਾਂ। ਕਿਸੇ ਨੂੰ ਘਰ ਦੀਆਂ ਸੁਵਿਧਾਵਾਂ ਔਰ 10,000 'ਚ ਮਿਲ ਜਾਂਦੀਆਂ, ਜਾਓ ਖਾਂ ਲਿਆਓ ਖਾਂ। ਤੇ ਜਿਹੜਾ ਰਿਸ਼ਤੇਦਾਰ ਸਾਨੂੰ 100 ਰੁਪਈਆ ਦੇ ਕੇ ਸੁਣਾ ਦੇਵੇ ਨਾ, ਅਸੀਂ ਉਹਦੇ ਬੂਹੇ ਤੇ ਵੜਨਾ ਨਹੀਂ ਚਾਹੁੰਦੇ। ਯਾਰ ਇਹਨੇ 100 ਰੁਪਈਆ ਦਿੱਤਾ ਤੇ ਮੈਨੂੰ ਸੁਣਾਤਾ। ਜਰਾ ਆਪਣੇ ਅੰਤਸ਼ਕਰਨ ਅੰਦਰ ਧਿਆਨ ਮਾਰੋ, ਆਪਣੇ ਹਿਰਦਿਆਂ ਅੰਦਰ। ਅਸੀਂ ਵੀ ਕਹਿੰਦੇ ਬਈ ਮੈਂ 500 ਰੁਪਈਆ ਦਿੱਤਾ ਗੁਰੂ ਘਰ ਨੂੰ, ਮੈਂ ਆ ਫਲਾਣੇ ਆਟੇ ਦੀ ਬੋਰੀ ਸਿੱਟੀ ਤੇ ਮੈਂ ਇੰਨੀ ਸੇਵਾ ਕੀਤੀ, ਯਾਰੋ ਮੇਰਾ ਕੰਮ ਫੇਰ ਵੀ ਨਹੀਂ ਬਣਿਆ। ਮਹਾਰਾਜ ਸਾਹਿਬ ਕਹਿੰਦੇ ਕਿਉਂ ਮਿਹਣੇ ਮਾਰਨਾ? ਕਦੇ ਰੱਬ ਨੇ ਕਿਹਾ ਕਿ ਤੈਨੂੰ ਮੈਂ ਪੁੱਤਰ ਦਿੱਤਾ, ਜਾ ਹਾਂ ਮੈਨੂੰ ਕਿਸੇ ਦੁਕਾਨ ਤੋਂ ਸੰਸਾਰ ਤੋਂ ਲਿਆ ਕੇ ਵਿਖਾ ਹਾਂ ਕਿੰਨੇ ਦਾ ਆਉਂਦਾ? ਆ ਦੰਦ ਆ ਨਾ ਜਿਨ੍ਹਾਂ ਦੇ ਨਿਕਲ ਜਾਂਦੇ ਨੇ, ਪਤਾ ਹੁੰਦਾ ਨਾ ਫਿਰ ਕਿੰਨੇ ਦੇ ਲਵਾਉਂਦੇ ਆ। ਤੇ ਕਦੇ ਇਹ ਸੋਚਿਆ ਇੰਨੀ ਗਰੰਟੀ ਨਹੀਂ ਹੁੰਦੀ ਜਿੰਨੀ ਸਾਡੇ ਕੁਦਰਤੀ ਦੰਦਾਂ ਦੀ ਹੈ। ਇਹੋ ਜਿਹਾ ਕੁਝ ਖਾ ਚਬਾ ਨਹੀਂ ਸਕਦੇ, ਇਹਨਾਂ ਦਾ ਕਦੇ ਖਿਆਲ ਨਹੀਂ ਰੱਖਿਆ। ਜਿਹੜੇ ਲਵਾਏ ਹੁੰਦੇ ਨਾ ਉਹਨਾਂ ਦਾ ਖਿਆਲ ਹੁੰਦਾ ਹੈ ਬਈ ਇਹਦੇ ਨਾਲ ਆ ਨਹੀਂ ਖਾਣਾ। ਆ ਗੋਡਿਆਂ ਦੀ ਪ੍ਰੋਬਲਮ ਹੈ ਨਾ, ਤੇ ਕਈ ਗੋਡੇ ਪਵਾ ਲੈਂਦੇ, ਹੁਣ ਦੇ ਯੁੱਗ 'ਚ ਗੋਡੇ ਪਵਾ ਲੈਂਦੇ, ਫਿਰ ਧਿਆਨ ਰੱਖਦੇ ਜ਼ਿਆਦਾ ਭਾਰਾ ਨਹੀਂ ਚੁੱਕਣਾ, ਕਿਉਂਕਿ ਰਵੜ ਜੀ ਜਿਹੜੀ ਪਾਈ ਉਹ ਮਿਚਕ ਜਾਣੀ ਹੈ, ਫਿਰ ਉਹੀ ਪਵਾੜਾ ਪੈ ਜਾਣਾ ਹੈ। ਤੇ ਕਦੇ ਜਿਹੜੇ ਰੱਬ ਨੇ ਦਿੱਤੇ ਨੇ ਇਹਨਾਂ ਦਾ ਖਿਆਲ ਕੀਤਾ ਸੀ? ਜਿੱਥੋਂ ਮਰਜ਼ੀ ਛਾਲ ਮਾਰੀ, ਜਿੱਧਰ ਨੂੰ ਮਰਜ਼ੀ ਛਾਲ ਮਾਰੀ। ਰੱਬ ਨੇ ਇੰਨੀਆਂ ਚੀਜ਼ਾਂ ਦਾਤਾਂ ਦਿੱਤੀਆਂ ਨੇ। ਮਹਾਰਾਜ ਕਹਿੰਦੇ ਤੂੰ ਫੇਰ ਵੀ ਲੈ ਕੇ ਮੁੱਕਰ ਪਾਉਣਾ, ਮੁਨਕਰ ਹੁੰਨਾ, ਉਹਦੀਆਂ ਦਾਤਾਂ ਨੂੰ ਛੱਡ ਕੇ। ਸਭ ਕੁਝ ਉਹਦਾ ਦਿੱਤਾ, ਖਾਣ ਦਾ ਹੈ, ਪਹਿਨ ਦਾ ਹੈ, ਕਾਰੋਬਾਰ ਪਰਿਵਾਰ ਸਭ ਤੇਰਾ,
ਉਹਦਾ ਦਿੱਤਾ ਹੋਇਆ, ਤੂੰ ਉਹਦੇ ਨਾਲ ਬੇਵਫਾਈ ਕਰਨਾ, ਕਦੇ ਵਫਾ ਕਮਾ। ਜੋ ਕੁਝ ਉਹਦੇ ਕੋਲ ਆਪਣੇ ਆਪ ਤੋਂ ਆ, ਉਹਨੇ ਕਿਸੇ ਤੋਂ ਮੰਗਿਆ ਨਹੀਂ। ਤੇਰੇ ਕੋਲ ਜੋ ਕੁਝ ਪ੍ਰਕਿਰਤੀ ਵਿੱਚ ਜੋ ਕੁਝ ਉਹਦਾ ਦਿੱਤਾ ਹੋਇਆ, ਕਦੇ ਨਾ ਭੁੱਲ ਇਹਨੂੰ। ਮਹਾਰਾਜ ਕਹਿੰਦੇ ਗੁਰ ਪ੍ਰਸਾਦ, ਗੁਰ ਚੇਤਨ ਸਰੂਪ ਹੈ, ਉਹਨੂੰ ਚੇਤੇ ਕਰਿਆ ਕਰ, ਐਸੇ ਰੱਬ ਨੂੰ ਯਾਦ ਕਰਿਆ ਕਰ, ਸਿਮਰਿਆ ਕਰ, ਜਿਹਨੂੰ ਮਹਾਰਾਜ ਕਹਿੰਦੇ ਸਿਮਰ ਮਨਾ ਰਾਮ ਨਾਮ ਚੇਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਮਹਾਰਾਜ ਕਹਿੰਦੇ ਉਹਨੂੰ ਯਾਦ ਕਰ, ਔਰ ਉਹ ਤੇਰੇ ਅੰਦਰ ਦਾ ਹਨੇਰਾ ਕੱਟੇਗਾ। ਗੋ ਪਲਸ ਰੂ, ਗੁਰੂ ਦੇ ਅਰਥ ਵਿਦਵਾਨ ਕਰਦੇ ਨੇ ਗੋ ਪਲਸ ਰੂ। ਗੋ ਮੈਨਾ ਅੰਧਕਾਰ ਹੁੰਦਾ। ਜਦੋਂ ਅਸੀਂ ਕੋਸ਼ਾਂ ਨੂੰ ਪੜ੍ਹਦੇ ਹਾਂ ਨਾ, ਗੋ ਦੇ ਅਰਥ ਨੇ ਅੰਧਕਾਰ। ਗੋ ਮੈਨਾ ਪ੍ਰਿਥਵੀ ਵੀ ਆ, ਧਰਤੀ ਵੀ ਆ, ਪਰ ਜਥਾ ਪ੍ਰਕਰਣੰ ਤਥਾ ਅਰਥੰ, ਔਰ ਪ੍ਰਕਰਨ ਮੁਤਲਕ ਅਰਥ ਆ ਕਿ ਗੋ ਮੈਨਿਆ ਅੰਧਕਾਰ, ਜਿਹਨੂੰ ਅਗਿਆਨ ਕਹਿੰਦੇ ਆ। ਜਿੱਥੇ ਦਿਲ ਅੰਧਿਆਰੀ ਰਾਤ, ਜੇ ਤੂੰ ਗੁਰੂ ਨੂੰ ਚਿਤਵੇਂ ਜਪੇ ਨਾ, ਤੇ ਸਤਿਗੁਰੂ ਕਹਿੰਦੇ ਆ ਰੂਹ, ਆਪਾਂ ਕਹਿੰਦੇ ਨਾ ਰੂਹ, ਮਹਾਰਾਜ ਕਹਿੰਦੇ ਤੇਰੀ ਰੂਹ ਵਿੱਚ ਪ੍ਰਕਾਸ਼ ਹੋ ਜਾਵੇਗਾ, ਤੇਰੇ ਅੰਦਰ ਪ੍ਰਕਾਸ਼ ਹੋ ਜਾਵੇਗਾ। ਗੁਰੂ ਉਹ ਆ ਜਿਹੜਾ ਸਿੱਖ ਦੇ, ਸ਼ਿਸ਼ ਦੇ ਅਗਿਆਨ ਨੂੰ ਨਿਗਲ ਜਾਵੇ ਤੇ ਹਿਰਦੇ ਦੇ ਅੰਦਰ ਪ੍ਰਕਾਸ਼ ਕਰੇ, ਉਹਨੂੰ ਕਹੀਏ ਗੁਰੂ। ਮਹਾਰਾਜ ਕਹਿੰਦੇ ਜਦੋਂ ਪ੍ਰਕਾਸ਼ ਹੋ ਗਿਆ ਨਾ, ਫਿਰ ਪ੍ਰਸਾਦ ਆਨੰਦ ਹੈ, ਫਿਰ ਆਨੰਦ ਸਰੂਪ ਹੈ, ਫਿਰ ਖੁਸ਼ੀਆਂ ਹੀ ਖੁਸ਼ੀਆਂ ਨੇ, ਖੇੜੇ ਹੀ ਖੇੜੇ ਨੇ, ਔਰ ਗੁਆਚੀਆਂ ਹੋਈਆਂ ਵਸਤੂ ਲੱਭ ਜਾਂਦੀਆਂ ਨੇ ਅੰਦਰ। ਕਿਉਂਕਿ ਅੰਧਿਆਰੇ ਦੀਪਕ ਚਾਹੀਏ, ਇੱਕ ਬਸਤਾ ਗੋਚਰ ਲਈਏ, ਬਸਤਾ ਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ। ਜਿਹੜਾ ਰੱਬ ਬਾਹਰ ਭਾਲਦੇ ਸਨ, ਜਦੋਂ ਚਾਨਣਾ ਹੋਇਆ ਉਹ ਅੰਦਰੋਂ ਮਿਲ ਗਿਆ। ਜਿਹੜਾ ਸੁੱਖ ਬਾਹਰ ਟੱਕਰਾਂ ਮਾਰਦੇ ਫਿਰਦੇ ਸਨ ਨਹੀਂ ਸੀ ਮਿਲਿਆ, ਭਟਕਦਿਆਂ ਹੋਇਆਂ ਨੂੰ ਉਹ ਸਕੂਨ ਅੰਦਰੋਂ ਮਿਲ ਗਿਆ। ਹੁਣ ਆਨੰਦ ਏ, ਆਨੰਦ ਤੋਂ ਅੱਗੇ ਖੁਸ਼ੀ ਲਈ ਕੋਈ ਸ਼ਬਦ ਨਹੀਂ ਗਾ, ਕਿਉਂਕਿ ਇੱਥੇ ਆ ਕੇ ਸਭ ਮੁੱਕ ਜਾਂਦੇ ਨੇ। ਮਹਾਰਾਜ ਸਾਹਿਬ ਕਹਿੰਦੇ ਸਮੂਹ ਸੁਖ ਪ੍ਰਾਪਤ ਨੇ। ਇਹ ਸਾਰੇ ਤਦੋਂ ਨੇ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਔਰ ਗੁਰੂ ਦੀ ਕਿਰਪਾ, ਮਹਾਰਾਜ ਮਿਹਰ ਕਰਦੇ ਨੇ, ਔਰ ਭੱਟਾਂ ਨੂੰ ਆਏ ਹੋਇਆਂ ਨੂੰ, ਔਰ ਉਹਨਾਂ ਨੇ ਕਿਹਾ ਸੀ ਮਹਾਰਾਜ ਸਾਨੂੰ ਉਚਾਰਨ ਦੀ ਦਾਤ ਬਖਸ਼ੋ, ਅਸੀਂ ਕਿਵੇਂ ਉਚਾਰਨ ਕਰੀਏ। ਤੇ ਸੱਚੀ ਸਰਕਾਰ ਨੇ ਕਿਰਪਾ ਕਰਦਿਆਂ ਮਿਹਰ ਕੀਤੀ। ਸਵਈਏ ਇਸ ਬਾਣੀ ਦਾ ਨਾਮ ਹੈ। ਔਰ ਸ੍ਰੀ ਮੁਖਬਾਕ ਮਹੱਲਾ ਪੰਜਵਾ। ਔਰ ਸੁਭਾਏ ਮਨ ਮੁਖ ਮੁਖਾਰ ਬਿੰਦ ਤੋਂ, ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਉਚਾਰਨ ਕਰਦੇ ਨੇ। ਬਾਕ ਮੈਨੇ ਆ ਬਚਨ ਉਚਾਰਨ ਕਰਦੇ ਨੇ। ਸੱਚੀ ਸਰਕਾਰ ਦੇਨ ਦੁਨੀ ਦੇ ਮਾਲਕ, ਆਦ ਪੁਰਖ ਕਰਤਾਰ, ਕਰਨ ਕਾਰਨ ਸਭ ਆਪੇ। ਮਹਾਰਾਜ ਤੂੰ ਆਦ ਸੱਚ ਜਿਹਨੂੰ ਸਾਹਿਬ ਕਹਿੰਦੇ ਆ, ਤੂੰ ਮੁੱਢ ਰੂਪ ਹੈ, ਤੂੰ ਸਰਬ ਵਿਆਪਕ ਹੈ, ਜੀਵਾਂ ਦੇ ਰੋਜੀ ਦੇ, ਔਰ ਸਤਾ ਚੇਤਨ ਸਤਾ ਦੀ। ਔਰ ਮਹਾਰਾਜ ਔਰ ਜਿਹੜੀ ਉਹ ਡੋਰੀ ਤੇਰੇ ਹੱਥ ਵਿੱਚ ਪਕੜੀ ਹੋਈ ਹੈ, ਤਾਰ ਤੇਰੇ ਹੱਥ ਵਿੱਚ ਪਕੜੀ ਹੈ। ਜਿੰਨੇ ਕਾਰਨ ਬਣਦੇ ਆ ਜੀਵਨ ਵਿੱਚ, ਘਟਨਾਵਾਂ ਘਟਦੀਆਂ ਨੇ, ਉਹ ਸਾਰੇ ਕਾਰਨਾਂ ਨੂੰ ਬਣਾਉਣ ਵਾਲਾ ਕਰਤਾ ਤੂੰ ਹੈ, ਤੇਰੇ ਬਗੈਰ ਕੋਈ ਨਹੀਂ। ਜੋ ਕੁਝ ਸੰਸਾਰ ਵਿੱਚ ਹੋ ਰਿਹਾ ਹੈ ਤੇ ਹੋਇਆ ਹੈ, ਸਭ ਆਪੇ ਤੂੰ ਆਪ ਕਰਨ ਵਾਲਾ ਹੈ, ਦੂਜਾ ਕੋਈ ਨਹੀਂ। ਸਰਬ ਰਹਿਓ ਭਰਪੂਰ, ਸਾਰਾ ਸੰਸਾਰ ਬਣਾ ਕੇ ਸਾਰੇ ਦੇ ਵਿੱਚ ਰਮਿਆ ਹੋਇਆ। ਸਰਬ ਰਹਿਓ ਭਰਪੂਰ, ਮਹਾਰਾਜ ਸਾਰੇ ਤੂੰ ਐਨ ਇੱਕ ਰਸ ਰਮਿਆ ਹੋਇਆ ਹੈ। ਸਗਲ ਘਟ ਰਹਿਓ ਵਿਆਪੇ, ਜਿੰਨੇ ਘਟ ਨੇ, ਘਟ ਨਾਮ ਹਿਰਦੇ ਦਾ ਹੈ, ਜਿਹਨੂੰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਮਹਾਰਾਜ ਕਹਿੰਦੇ ਉਹ ਸਾਰੇ ਘਟਾਂ ਦੇ ਅੰਦਰ ਵਿਆਪਕ ਹੈ, ਪ੍ਰਤੱਖ ਰੂਪ 'ਚ ਜੋਤ ਰੂਪ ਹੋ ਕੇ ਰਮਿਆ ਹੋਇਆ ਹੈ।
ਭਾਲਣਾ ਹੀ ਤੇ ਮਨੁੱਖ ਬਾਹਰ ਨਾ ਭਾਲਦਾ ਫਿਰ ਕਿ ਚਲੀਏ ਉੱਥੋਂ ਰੱਬ ਮਿਲ ਜਾਵੇਗਾ, ਕੋਈ ਰੱਬ ਨੂੰ ਮਿਲਾ ਦੇਵੇਗਾ। ਸੱਜਣੋ, ਰਸਤਾ ਤਾਂ ਕੋਈ ਦੱਸ ਸਕਦਾ, ਮਿਲਾ ਕੋਈ ਨਹੀਂ ਜੇ ਸਕਦਾ। ਮਿਲਾਪ ਤੁਸੀਂ ਆਪਣੇ ਆਪ ਕਰਨਾ ਹੈ। ਮਿਲਾਪ ਹੋਣਾ ਹੈ ਜਾਪ ਨਾਲ। ਜਦੋਂ ਜਪੋਗੇ, ਆਰਾਧੋਗੇ ਔਰ ਬਾਹਰ ਨੂੰ ਨਾ ਤੁਰ, ਆਪਣੇ ਅੰਦਰ ਨੂੰ ਤੁਰ, ਉਹ ਤੇਰੇ ਅੰਦਰ ਵਸਦਾ ਹੀ ਵਾਹਿਗੁਰੂ ਤਾਂ ਮਿਲੇਗਾ। ਉਹ ਸਾਰੇ ਵਿਆਪਤੇ ਮਹਾਰਾਜ ਕਹਿੰਦੇ ਵਿਆਪਤ ਦੇਖੀਏ ਜਗਤ। ਮਹਾਰਾਜ ਤੈਨੂੰ ਸੰਸਾਰ ਦੇ ਵਿੱਚ ਵਿਆਪਕ ਰੂਪ 'ਚ, ਪ੍ਰਤੱਖ ਰੂਪ 'ਚ ਦੇਖਿਆ ਜਾਂਦਾ, ਹਰ ਜਗ੍ਹਾ ਤੇ ਆ। ਜਾਣੈ ਕੌਣ ਤੇਰੀ ਗਤ, ਮਹਾਰਾਜ ਤੇਰੇ ਮਿਲਾਪ ਦੀ ਗਤ ਮੈਨੇ ਆ ਮਰਜ਼ਾਦਾ। ਤੈਨੂੰ ਮਿਲਣ ਦੀ ਮਰਜ਼ਾਦਾ, ਤੇਰੇ ਨਾਲ ਮਿਲਾਪ ਕਿਵੇਂ ਹੋਣਾ ਹੈ ਜਾਣੇ ਕੌਣ? ਕੌਣ ਜਾਣਦਾ ਹੈ? ਕਿਹਨੂੰ ਇਹ ਗੱਲ ਦਾ ਪਤਾ ਹੈ ਕਿ ਤੇਰੇ ਨਾਲ ਕਿਵੇਂ ਮਿਲੀਏ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਣੈ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੈ ਆਪੇ ਹਰ ਪਤ। ਮਹਾਰਾਜ ਤੂੰ ਸਾਰਿਆਂ ਦੀ ਰਖਵਾਲੀ ਕਰਨਾ ਹੈ ਤੇ ਮਹਾਰਾਜ ਆਪੇ ਹਰ ਪਤ, ਔਰ ਹਰ ਇੱਕ ਦੀ ਪੱਤ ਇੱਜ਼ਤ ਦਾ ਰਖਵਾਲਾ ਤੂੰ ਹੈ ਤੇ ਸਾਰਿਆਂ ਨੂੰ ਇੱਜ਼ਤ ਆਬਰੂ ਔਰ ਤੂੰ ਬਖਸ਼ਿਸ਼ ਕਰਨਾ ਹੈ। ਮਹਾਰਾਜ ਰਹਿਮਤ ਬਰਸਾਉਣਾ ਹੈ। ਅਵਿਨਾਸੀ ਅਵਗਤ ਆਪੇ ਆਪ ਉਤਪਤ। ਮਹਾਰਾਜ ਤੂੰ ਨਾਸ਼ ਤੋਂ ਰਹਿਤੇ ਸਾਰੇ ਪ੍ਰਗਟ ਰੂਪ ਹੈ, ਸਾਰਿਆਂ ਦੇ ਅੰਦਰ ਵਸਦਾ ਹੈ। ਤੂੰ ਵਿਅਕਤੀਗਤ ਤੋਂ ਰਹਿਤੇ, ਵਿਅਕਤੀਆਂ ਨੂੰ ਪੈਦਾ ਕਰਨ ਵਾਲਾ ਹੈ। ਧਿਆਨ ਰੱਖਣਾ, ਪਰਮਾਤਮਾ ਵਿਅਕਤੀ ਨਹੀਂ, ਪਰਮਾਤਮਾ ਸ਼ਕਤੀ ਆ। ਤੂੰ ਵਿਅਕਤੀਆਂ ਨੂੰ ਪੈਦਾ ਕਰਨ ਵਾਲਾ ਹੈ। ਮਹਾਰਾਜ ਇਹਦੇ ਤੋਂ ਰਹਿਤ ਹੈ। ਆਪੇ ਆਪ ਉਤਪਤ, ਤੂੰ ਆਪਣੇ ਆਪ ਤੋਂ ਉਤਪਤ ਹੈ। ਜਿਹਨੂੰ ਕਿਹਾ ਸੀ ਨਾ ਸੈ ਭੰਗ, ਤੈਨੂੰ ਕੋਈ ਉਤਪੰਨ ਕਰਨ ਵਾਲਾ ਨਹੀਂ, ਤੂੰ ਸਾਰਿਆਂ ਨੂੰ ਉਤਪੰਨ ਕਰਦਾ ਹੈ। ਤੈਨੂੰ ਕੋਈ ਨਹੀਂ, ਤੂੰ ਆਪਣੇ ਆਪ ਤੋਂ ਆ। ਜਿਹਨੂੰ ਸਾਹਿਬ ਨੇ ਕਿਹਾ ਆਪੀ ਨੇ ਆਪ ਸਾਜਿਓ, ਆਪੀ ਰਹਿ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ। ਇੱਕ ਤਾਂ ਪਰਮਾਤਮਾ ਨੇ ਆਪਣੇ ਆਪ ਨੂੰ ਔਰ ਪ੍ਰਕਿਰਤੀ ਦੇ ਬਣਾਉਣ ਵਾਸਤੇ ਭੁਖਸ਼ਿਤ ਕੀਤਾ ਤੇ ਦੂਈ ਕੁਦਰਤ ਸਾਜੀ ਹੈ। ਦੂਜੀ ਕੁਦਰਤ ਹੈ, ਕੁਦਰਤ ਰੱਬ ਨਹੀਂ। ਕਈ ਵੀਰ ਪ੍ਰਚਾਰਕ ਕਹਿ ਦਿੰਦੇ ਜੀ ਕੁਦਰਤ ਹੀ ਰੱਬ ਨਹੀਂ, ਦੂਈ ਕੁਦਰਤ ਸਾਜੀਏ। ਹੁਣ ਮਹਾਰਾਜ ਤਾਂ ਬਾਣੀ ਅੰਦਰ ਇਹ ਕਹਿੰਦੇ ਕਿ ਦੂਈ, ਇੱਕ ਤਾਂ ਤੂੰ ਆ ਤੇ ਦੂਜੀ ਤੂੰ ਕੁਦਰਤ ਸਾਜੀ। ਅਸੀਂ ਕਹਿੰਦੇ ਕੁਦਰਤ ਹੀ ਰੱਬ ਹੈ, ਕੁਦਰਤ ਹੀ ਰੱਬ ਹੈ। ਰਾਜੇ ਨੇ ਇੱਕ ਬੰਦਾ ਭੇਜ ਦਿੱਤਾ ਜਾਂ ਫੌਜ ਭੇਜ ਦਿੱਤੀ, ਅਸੀਂ ਆਖੀਏ ਬਈ ਜਿਹੜਾ ਸਲਿੱਪੇ ਸਾਰ ਕਮਾਨ ਕਰਦਾ ਆਇਆ ਹੈ ਮੂਹਰੇ, ਬਸ ਇਹੀ ਰੱਬ ਆ, ਇਹੀ ਰਾਜਾ ਕੋਈ ਹੈ ਨਹੀਂ। ਰਾਜਾ ਤਾਂ ਹੈ ਨਾ, ਹਾਂ ਉਹਦਾ ਅਦਬ ਸਤਿਕਾਰ ਇਹ ਨਹੀਂ, ਉਹਦਾ ਨਰਾਦਰ ਹੈ, ਉਹਨੂੰ ਅਪਮਾਨਜਨਕ ਸ਼ਬਦਾਵਲੀ ਨਾਲ ਸੰਬੋਧਨ ਕਰੀਏ ਨਹੀਂ। ਔਰ ਉਹਦੀ ਫੌਜ ਉਹਦਾ ਹੀ ਇਹ ਸਲਿੱਪੇ ਸਾਰੇ ਔਰ ਪਰਮਾਤਮਾ ਦਾ ਹੀ ਸੰਸਾਰ ਹੈ। ਪਰਮਾਤਮਾ ਨੇ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੇ ਨਾਲ ਇਹ ਸਾਰਾ ਪਸਾਰਿਆ। ਮਹਾਰਾਜ ਕਹਿੰਦੇ ਦੂਈ ਕੁਦਰਤ ਸਾਜੀ ਹੈ। ਫਿਰ ਉਹ ਕੁਦਰਤ ਦੇ ਦੁਆਰਾ ਸੰਸਾਰ ਨੂੰ ਪੈਦਾ ਕਰਕੇ ਸ਼ਕਤੀ ਦੁਆਰਾ ਕਰ ਆਸਨ ਡਿਠੋ ਚਾਓ। ਇਹਨਾਂ ਨੂੰ ਬਣਾ ਕੇ ਪਾਸੇ ਨਹੀਂ ਹੋਇਆ, ਆਸਨ ਲਾ ਕੇ ਇਹਦੇ ਵਿੱਚ ਬਹਿ ਗਿਆ ਕਣ ਕਣ ਦੇ ਵਿੱਚ। ਮਹਾਰਾਜ ਕਹਿੰਦੇ ਆਪੇ ਉਤਪਤ, ਇੱਕ ਹੈ ਤੂੰ ਹੀ ਇੱਕ ਹੈ। ਮਹਾਰਾਜ ਇੱਕ ਤੂੰ ਹੀ ਇੱਕ ਹੈ ਜਿਹੜਾ ਇਹ ਕੁਝ ਕਰ ਸਕਦਾ ਹੈ। ਅਨ ਨਾਹੀ ਤੁਮ ਭੱਤ, ਮਹਾਰਾਜ ਅਨ ਹੋਰ ਕੋਈ ਦੂਜਾ ਨਹੀਂ ਹੈ। ਮਹਾਰਾਜ ਸਾਰਿਆਂ ਦੇ ਉੱਪਰ ਰਹਿਮਤ ਬਰਸਾਉਣ ਵਾਲਾ ਤੂੰ ਹੈ, ਤੇਰੇ ਬਗੈਰ ਕੋਈ ਨਹੀਂ। ਹਰ ਅੰਤ ਨਾਹੀ ਪਾਰਾਵਾਰ, ਮਹਾਰਾਜ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇੱਧਰਲੇ ਕਿਨਾਰੇ ਤੋਂ ਉੱਧਰਲੇ ਤੱਕ, ਉੱਧਰਲੇ ਤੋਂ ਇੱਧਰਲੇ ਤੱਕ ਮਹਾਰਾਜ ਕੋਈ ਨਹੀਂ ਤੇਰਾ ਅੰਤ ਪਾ ਸਕਦਾ। ਕੌਣ ਹੈ ਕਰੇ ਵਿਚਾਰ, ਕੋਈ ਹੈ ਜਿਹੜਾ ਵਿਚਾਰ ਕਰਕੇ ਦੱਸੇ ਬਈ ਸੰਸਾਰ ਤੋਂ ਨਿਰੰਕਾਰ ਤੱਕ ਦਾ ਕਿਹੋ ਜਿਹਾ ਪੈਂਡਾ ਹੈ, ਨਿਰੰਕਾਰ ਕਿੱਥੇ ਹੈ ਕਿੱਥੇ ਨਹੀਂ ਹੈ। ਮਹਾਰਾਜ ਕਹਿੰਦੇ ਕੌਣ ਹੈ, ਕੋਈ ਹੈ ਕਰੇ ਵਿਚਾਰ, ਜਿਹੜਾ ਵਿਚਾਰ ਕਰਕੇ ਦੱਸੇ। ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ, ਉਹ ਜਗਤ ਦਾ ਪਿਤਾ ਰੂਪ ਹੈ, ਮਾਲਕ ਰੂਪ ਹੈ, ਸਾਰੇ ਪ੍ਰਾਣਾਂ ਦਾ ਆਧਾਰ ਕਹੀਏ ਉਹ ਆਸਰਾ ਹੈ। ਜਿੰਨੇ ਪ੍ਰਕਿਰਤੀ ਦੇ ਪ੍ਰਾਣ ਚੱਲਦੇ ਹਨ ਨਾ, ਕਿਸੇ ਵੀ ਜੋਨੀ ਦੁਆਰਾ, ਚਾਰੇ ਖਾਣੀਆਂ ਦੁਆਰਾ, ਉਹ ਪਰਮਾਤਮਾ ਦੇ ਆਸਰੇ ਚੱਲਦੇ ਆ, ਨਾ ਕਿ ਕਿਸੇ ਮਨੁੱਖ ਦੇ ਆਸਰੇ ਚੱਲਦੇ ਨੇ।
ਔਰ ਉਹ ਪਰਮਾਤਮਾ ਦੇ ਆਸਰੇ ਚੱਲਦੇ ਨੇ ਬਿਨਾਂ ਕਿਸੇ ਆਸਰੇ ਤੋਂ। ਤੇ ਹੁਣ ਤਾਂ ਇਹ ਵੀ ਹੈ ਬਈ ਆ ਜਿਹੜੇ ਮੋਬਾਈਲ ਫੋਨ ਨੇ ਇਹਨਾਂ ਦਾ ਕਿਹੜਾ ਆਸਰਾ, ਹੁਣ ਇਹਦੀਆਂ ਤਰੰਗਾਂ ਹੀ ਆ ਨਾ, ਕਿਦਿਓਂ ਤੱਕ ਕਿਦੇ ਗੱਲ ਪਹੁੰਚਾ ਦਿੰਦੀਆਂ ਨੇ। ਨਹੀਂ, ਮਹਾਰਾਜ ਸਾਹਿਬ ਕਹਿੰਦੇ ਇਹਦੀ ਰੇਂਜ ਟੁੱਟ ਸਕਦੀ, ਮੁੱਕ ਸਕਦੀ ਹੈ। ਔਰ ਪਰਮਾਤਮਾ ਨੇ ਇਹੋ ਜਿਹਾ ਇਹਦੇ ਅੰਦਰ ਸਿਸਟਮ ਲਾਇਆ ਕਿ ਅਖੀਰਲੇ ਸਵਾਸ ਤੱਕ ਚੱਲੂ। ਜਦੋਂ ਇੱਕ ਵਾਰ ਉਹਨੇ ਤਾਰ ਤੋੜ ਦਿੱਤੀ, ਉਹਦੀ ਮਰਜ਼ੀ ਤੋਂ ਬਗੈਰ ਕੋਈ ਕਾਰੀਗਰ ਨਹੀਂ ਸੰਸਾਰ ਦਾ ਜਿਹੜਾ ਇਹਨੂੰ ਠੀਕ ਕਰਕੇ ਤੋੜ ਸਕੇ, ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਾਰਿਆਂ ਦਾ ਆਸਰਾ ਰੂਪੇ ਪ੍ਰਾਣ ਚੱਲਦੇ ਹੀ ਉਹਦੇ ਕਰਕੇ ਆ। ਜਨ ਨਾਨਕ ਭਗਤ ਦਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਹੇ ਸਤਿਗੁਰੂ ਨਾਨਕ ਦੇਵ ਮਹਾਰਾਜ, ਅਸੀਂ ਜਨ ਔਰ ਭਗਤ ਤੇਰੇ ਦਰ ਦੇ ਸੇਵਕ ਹਾਂ, ਅਸੀਂ ਸੇਵਾ ਕਰਨ ਵਾਲੇ ਸੇਵਕ ਹਾਂ। ਔਰ ਤੇਰੇ ਦਰ ਦੇ ਤੁਲ ਬ੍ਰਹਮ ਸੰਸਰ, ਮਹਾਰਾਜ ਤੇਰੀ ਤੁਲਨਾ, ਗੁਰੂ ਨਾਨਕ ਸਾਹਿਬ ਤੇਰੀ ਤੁਲਨਾ ਅਸੀਂ ਬ੍ਰਹਮ ਸੰਸਰ, ਬ੍ਰਹਮ ਦੇ ਤੁਲ ਕਰਦੇ ਕਿ ਤੂੰ ਖੁਦ ਪਰਮਾਤਮਾ ਹੈ। ਔਰ ਪਰਮਾਤਮਾ ਦਾ ਸਰਗੁਣ ਸਰੂਪ ਹੈ, ਨਿਰਗੁਣ ਵਿੱਚ ਦਿਸਦਾ ਨਹੀਂ। ਸੰਗਤ ਨੂੰ ਦਰਸਾਉਣ ਵਾਸਤੇ, ਮਾਰਗ ਤੇ ਚਲਾਉਣ ਵਾਸਤੇ ਤੂੰ ਸਰਗੁਣ ਵਿੱਚ ਪ੍ਰਗਟ ਹੋਏ ਹੈ। ਤੇਰੀ ਉਪਮਾ ਪਰਮਾਤਮਾ ਦੇ ਬਰਾਬਰ ਹੈ। ਏਕ ਜੀਹ ਕਿਆ ਬਖਾਨੇ, ਇੱਕ ਜੀਬ ਜਿਹੜੀ ਉਹ ਕੀ ਵਖਿਆਨ ਕਰੇ, ਕੀ ਤੇਰੀ ਉਪਮਾ ਕਰੇ ਔਰ ਕੀ ਤੇਰੇ ਲਈ ਬਚਨ ਕਹੇ। ਹਾਂ ਕਿ ਬਲ ਬਲ ਔਰ ਨਿਸ਼ਚੇ ਕਰਕੇ ਮਹਾਰਾਜ ਤੇਰੇ ਤੋਂ ਤਨ ਕਰਕੇ, ਮਨ ਕਰਕੇ ਔਰ ਬੋਲਾਂ ਕਰਕੇ, ਬਲ ਬਲ। ਔਰ ਮਹਾਰਾਜ ਸਾਹਿਬ ਕਹਿੰਦੇ ਬਲ ਬਲ ਸਦ ਬਲਿਹਾਰ, ਹਮੇਸ਼ਾ ਹਮੇਸ਼ਾ ਤੇਰੇ ਤੋਂ ਕੁਰਬਾਨ ਜਾਣੇ ਹਾਂ, ਤੇਰੇ ਤੋਂ ਵਾਰ ਨੇ ਬਲਿਹਾਰ ਨੇ ਜਾਣੇ ਹਾਂ। ਇਹ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਸਦਕਾ ਸਵਾਈਏ ਜਿਹੜੇ ਭੱਟਾਂ ਦੇ ਆਰੰਭ ਹੋਏ ਨੇ। ਕੁਝ ਕੱਲ ਵਿਚਾਰ ਕੀਤੀ ਸੀ ਔਰ ਅੱਜ ਇੱਕ ਪਦੇ ਦੀ ਵਿਚਾਰ ਹੋਈ ਸੰਖੇਪ ਰੂਪ 'ਚ। ਸਤਿਗੁਰੂ ਗਰੀਬ ਨਵਾਜ ਮਿਹਰ ਕਰਨ, ਕਿਉਂਕਿ ਔਰ ਸੰਖੇਪ ਰੂਪ 'ਚ ਜਿਹੜੀ ਸੌਖੇ ਜੇ ਢੰਗ ਨਾਲ ਸਾਰਿਆਂ ਨੂੰ ਸਮਝ ਆ ਸਕੇ, ਇਸ ਕਰਕੇ ਸੁਖਾਲਾ ਜਿਹਾ ਢੰਗ ਵਰਤ ਕੇ ਜਿੰਨੀ ਕੁ ਸਤਿਗੁਰੂ ਮਤ ਬੁੱਧ ਬਖਸ਼ਦੇ ਨੇ, ਆਪ ਗੁਰੂ ਕੀ ਸੰਗਤ ਮਿਹਰ ਕਰਦੇ। ਉਹਦੇ ਮੁਤਲਕ ਗੁਰੂ ਬਾਣੀ ਆਗਾਦ ਬੋਧ ਹੈ, ਇਹਦੀ ਵਿਚਾਰ ਕਰਨੀ। ਕੋਈ ਵੀ ਮਨੁੱਖ ਨਹੀਂ ਕਹਿ ਸਕਦਾ ਕਿ ਜੋ ਕੁਝ ਮੈਂ ਕਹਿ ਦਿੱਤਾ ਅਰਥ ਕਰ ਚੱਲਿਆ, ਇਹਦੋਂ ਬਾਅਦ ਕੋਈ ਨਹੀਂ ਗੁਰਮੁਖੋ। ਔਰ ਇਹ ਤਾਂ ਫਿਰ ਉਸ ਮਨੁੱਖ ਦਾ ਵੱਡਾਪਨ ਹੋ ਜਾਏਗਾ, ਬਾਣੀ ਦੇ ਬੋਲ ਛੋਟੇ ਪੈ ਜਾਣਗੇ ਕਿ ਬਈ ਇਹਦੋਂ ਅੱਗੇ ਕੁਝ ਨਹੀਂ। ਇਹ ਗੁਰਬਾਣੀ ਭਾਵੇਂ ਕੋਈ ਹਜ਼ਾਰਾਂ ਜਨਮ ਧਾਰ ਕੇ ਇਹਦੇ ਅਰਥ ਕਰਦਾ ਰਵੇ ਤਾਂ ਵੀ ਕੋਈ ਇਹ ਨਹੀਂ ਕਹਿ ਸਕਦਾ ਕਿ ਇੱਥੇ ਬਸ ਹੈ। ਨਹੀਂ, ਜਿਵੇਂ ਅੱਗੇ ਬੁੱਧੀ ਸਫ਼ਰ ਕਰੇਗੀ ਪਤਾ ਲੱਗਦਾ ਜਾਏਗਾ ਅੱਗੇ ਕੁਝ ਹੋਰ ਹੈ। ਨਾ ਮੁੱਕਣ ਵਾਲਾ ਆਮੁੱਕ ਖਜ਼ਾਨਾ ਹੈ। ਗੁਰੂ ਕਿਰਪਾ ਕਰੇ, ਸਾਨੂੰ ਸਮਤ ਬਖਸ਼ੇ, ਸਾਡਾ ਆਇਆ ਹੋਇਆ ਸਫਲ ਹੋਵੇ। ਬੇਅੰਤ ਭੁੱਲਾਂ ਦੀ ਖਿਮਾ, ਸਤਿਗੁਰੂ ਕੇ ਬਚਨ ਜਾਣ ਕੇ, ਸਤਿਗੁਰੂ ਕੀ ਸੰਗਤ ਨੇ ਹਿਰਦਿਆਂ ਅੰਦਰ ਵਸਾਵਣੇ। ਦਾਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।